Hello guys, मेरा नाम आरजे अभी है and I welcome you all to our Mirchi Studios. Thank you. तो सब लोग जानते हैं कि ट्रेलर देख लिया है, तो ये एक्ट्रेसेस हैं, मैं उसमें नहीं हूँ मूवी में, लेकिन साथ में हमारे साथ है प्रोड्यूसर साहिबा, राइट माधुरी जी, और साथ में है डायरेक्टर साहब परवीन जी। तो यहाँ पीछे परवीन कही है ना? हाँ जी, परवीन क्या साथ है जी? या डायरेक्टर साहब कह ली थोड़ा? ये परवीन को नहीं, डायरेक्टर साहब। डायरेक्टर साहब बढ़िया लगे। मतलब गॉड ਹੁੰਦਾ ਬੰਦੇ ਦਾ ਬੰਦੇ डायरेक्टर साहब आप दसो कि भाई ए स्टार कास्ट है, ਹੋਰ ਵੀ ਤੁਹਾਡੀ ਸਟਾਰ ਕਾਸਟ ਲੰਬੀ ਚੌੜੀ ਹੈ ਨਾ, ਕਿੱਦਾਂ ਤੁਸੀਂ ਮੈਨੇਜ ਕਰਦੇ ਹੋ ਸਾਰਿਆਂ ਨੂੰ ਕਿ ਯਾਰ ਡਾਇਲੌਗਸ, ਸਕਰੀਨ ਟਾਈਮ ਸਭ ਨੂੰ ਮੈਨੇਜ ਵਧੀਆ ਤਰੀਕੇ ਨਾਲ ਹੋਵੇ, ਬਿਕੋਜ਼ ਮਲਟੀ ਸਟਾਰ ਮੂਵੀ 'ਚ ਥੋੜੀ ਬਹੁਤ ਪ੍ਰੋਬਲਮ ਆਉਂਦੀ ਹੈ ਇਸ ਦੀ। ਪਰ ਮੈਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਈ, ਜਿਹੜੇ ਮੇਰੇ ਆਰਟਿਸਟ ਸੀਗੇ ਬਹੁਤ ਕੋਆਪਰੇਟਿਵ ਸੀਗੇ ਤੇ ਇਹਨਾਂ ਦੀ ਅਸੀਂ ਕੁਝ ਹੋਰ ਕਹਿ ਰਹੀ ਹੈ। ਮੈਂ ਆਉਂਦਾ ਤੁਹਾਡੇ ਤੇ ਵੀ ਆਉਂਦਾ, ਤੁਹਾਡੇ ਕੋਲ ਹਾਂ ਖੁਸ਼ੀ ਆ ਰਿਹਾ, ਖੁਸ਼ੀ ਆ ਰਹੀ। ਓਕੇ, ਸੱਚ ਬੋਲ ਰਹੇ ਨੇ ਫੇਰ ਠੀਕ ਹੈ। ਯੈਸ ਸਰ। ਤੇ ਐਕਚੁਅਲ ਸਾਡੇ ਕੋਲ ਲਿਮਿਟਡ ਟਾਈਮ ਸੀਗਾ, ਉਹਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਬਹੁਤ ਕੋਆਪਰੇਟ ਕੀਤਾ, ਵਧੀਆ ਤਰੀਕੇ ਨਾਲ ਸ਼ੂਟ ਹੋ ਗਿਆ, ਟਾਈਮ ਸਿਰ ਆਰਟਿਸਟ ਆ ਜਾਂਦੇ ਸੀ। ਹਾਲਾਂਕਿ ਅਸੀਂ ਜੇ 9 ਵਜੇ ਦਾ ਕਾਲ ਟਾਈਮ ਹੁੰਦਾ ਸੀਗਾ ਵੀ ਅਸੀਂ ਸੈੱਟ ਤੇ 9 ਵਜੇ ਪਹੁੰਚਣਾ ਹੈ, ਤਾਂ ਮੇਰੇ ਆਰਟਿਸਟ ਆਏ ਜੇ ਸੀਗੇ 6 ਵਜੇ ਮੇਕਅਪ ਸ਼ੁਰੂ ਕਰਵਾ ਦਿੰਦੇ ਸੀਗੇ। ਵਾਹ, ਕਿਉਂਕਿ ਲੇਡੀਜ਼ ਦੇ ਮੇਕਅਪ ਨੂੰ ਟਾਈਮ ਲੱਗਦਾ ਥੋੜਾ ਜਿਹਾ, ਤੇ ਮਤਲਬ ਬਹੁਤ। ਇਹ ਆਪਣੇ ਐਕਸਪੀਰੀਅੰਸ ਦੱਸ ਰਹੇ ਤੁਸੀਂ ਪਰਸਨਲ? ਹਾਂ, ਪਰਸਨਲ। ਓਕੇ, ਐਂਡ ਪ੍ਰੋਡਿਊਸਰ ਮੈਮ ਤੁਸੀਂ ਦੱਸੋ ਕਿੱਦਾਂ ਐਕਸਪੀਰੀਅੰਸ ਰਿਹਾ ਮਲਟੀ ਸਟਾਰਰ ਮੂਵੀ ਕੰਕਲੂਡ ਕਰਦੇ ਹੋਏ? So, like the director said, I think it was a smooth ride. हम लोगों ने ये शूट यूके में की है, लंदन में। So हमारे पास एक फिक्स शेड्यूल था, तो हमको उतने ही दिन में काम फिनिश करना था। तो हमने जब पहले शेड्यूल फिक्स किया था तो वो 22 दिन का था, और हमने 21 दिन में पूरी मूवी 21 दिन में 21 दिन में। So, और इतनी सारी लड़कियों के साथ, इतनी सारी लड़कियां, ਕੰਪੀਟੀਸ਼ਨ ਤੋਂ ਅਕਸ਼य ਕੁਮਾਰ। ਬੜਾ ਇੱਕ ਵਾਰੀ ਪੰਗਾ ਪੈ ਗਿਆ ਸੀ ਮੈਂ ਤੇ ਨਾ, ਮੈਂ ਗਿੱਧਾ ਕਿਤੇ ਸ਼ੂਟ ਕਰਦਾ ਪਿਆ ਸੀਗਾ ਤੇ ਸਾਰੀਆਂ ਉਹਦੇ ਚ 60 ਪਲੱਸ ਸੀਗਾ। ਮੈਂ ਕਿਹਾ ਲੇਡੀਜ਼ ਇੱਧਰ, ਉਹ ਸਾਰੇ ਗੁੱਸਾ ਆਏ, ਕਹਿੰਦੇ ਲੇਡੀਜ਼ ਦਾ ਕੀ ਮਤਲਬ ਹੁੰਦਾ? ਮੈਂ ਕਿਹਾ ਗਰਲਸ ਸੌਰੀ। ਇਹ ਵੀ ਹੈ ਸਰ, ਇੱਕ ਸੀ ਮੈਂ ਇੱਕ ਛੋਟਾ ਜਿਹਾ ਕੀਤਾ ਸੀ ਕੋਈ ਰੀਤਾ ਨਾਲ ਪ੍ਰੀਤਾ, ਉਹ ਇੱਕ ਉਹਦੇ ਵਿੱਚ ਆਇਆ ਸੀਗਾ ਵੀ ਜਿਵੇਂ ਪੰਜਾਬੀ ਕਲਚਰ 'ਚ ਵਿਆਹ ਕਿਵੇਂ ਹੁੰਦੇ, ਕੀ ਕੁਛ ਹੁੰਦਾ, ਰਿਚੁਅਲਸ ਕੀ ਕੁਛ ਹੁੰਦੇ, ਉਹਦੇ 'ਚ ਕੀਤਾ ਸੀਗਾ। ਤਾਂ ਉਦੋਂ ਮੈਂ ਫੇਸ ਕੀਤੀ ਸੀ ਪ੍ਰੋਬਲਮ, ਉਸ ਤੋਂ ਬਾਅਦ ਮੈਂ ਗਰਲਸ ਕਹਿਣ ਲੱਗਿਆ ਸੀ, ਮੈਂ ਕਿਸੇ ਨੂੰ ਨਹੀਂ ਕਹਿੰਦਾ ਲੇਡੀਜ਼। ਤਾਂ ਸਮੂਥਲੀ ਸਾਰਾ ਕੰਮ ਹੋ ਗਿਆ, ਤਾਂ ਅਸੀਂ ਚੰਗੀ ਤਰ੍ਹਾਂ ਕੰਮ ਫਾਇਦੇ ਦਾ ਕੰਮ 21 ਦਿਨ ਚ ਕਰਦਾ। Tip of the day guys, girls कहना है, no ladies, No ladies, just girls, girls, that's it, that's the code sir। गर्ल ਦੀ ਇਹ ਹੋ ਸਕਦੀ ਹੈ, ਲੇਡੀਜ਼ ਦੀ ਨਹੀਂ। ਓਹ ਕੀ ਬਾਤ ਹੈ ਸਰ, ਤੁਸੀਂ ਬਹੁਤ ਸਿੱਖ ਗਏ ਇਸ ਮੂਵੀ ਨਾਲ ਕੇ। ਓਕੇ ਮੈਮ, ਤੁਸੀਂ ਦੱਸੋ ਕਿ ਜਦੋਂ ਆਪਾਂ ਇਹੋ ਜਿਹੀ ਮੂਵੀ ਕਰਦੇ ਹਾਂ ਜਿਸ 'ਚ ਬਹੁਤ ਸਾਰੇ ਲੋਕ ਹੈ ਨਾ, ਤੇ ਮੂਵੀ ਜਿਹੜੀ ਹੈ ਉਹ ਇੱਕ ਵਧੀਆ ਡਾਇਰੈਕਸ਼ਨ ਵੱਲ ਜਾ ਰਹੀ ਹੈ ਨਾ, ਪੰਜਾਬੀ ਮੂਵੀ 'ਚ ਇਹਦੀ ਡਾਇਰੈਕਸ਼ਨ ਜਾਂਦੀ ਨਹੀਂ ਹੈ ਜ਼ਿਆਦਾਤਰ। ਇਟਸ ਆਲ ਅਬਾਊਟ ਲਾਈਕ ਫੈਮਿਲੀ ਕੰਕਲੂਡ ਕਰ ਲਿਆ, ਉਹੀ ਪਿੰਡ ਹੋ ਗਿਆ, ਉਹੀ ਸ਼ਹਿਰ ਹੋ ਗਿਆ। ਹਾਊ ਡੂ ਯੂ ਗੋ ਵਿਦ ਦਿਸ ਕਾਈਂਡ ਆਫ ਮੂਵੀ ਕਿ ਜਬ ਕੋਈ ਨਿਊ ਸਟੋਰੀ ਹੈ ਤੁਹਾਡੇ ਕੋਲ? ਨਹੀਂ, ਐਕਚੁਅਲੀ ਚਾਹੇ ਪੰਜਾਬ ਹੋਵੇ, ਚਾਹੇ ਯੂਕੇ ਹੋਵੇ, ਕੋਈ ਵੀ ਦੇਸ਼ ਹੋਵੇ, ਸਾਡੀ ਸਟੋਰੀ ਤਾਂ ਉਹੀ ਔਰਤਾਂ ਦੀ ਸਟੋਰੀ ਸੇਮ ਹੀ ਆ। ਹਰ ਦੇਸ਼ ਦੀ ਔਰਤ ਦੀ ਸੇਮ ਹੀ ਸਟੋਰੀ ਹੈ। ਪਰ ਯੂਕੇ ਦੇ ਵਿੱਚ ਇਹ ਹੈ ਕਿ ਜਦੋਂ ਆਪਣੇ ਦੇਸ਼ ਤੋਂ ਆਪਾਂ ਥੋੜਾ ਦੂਰ ਜਾਂਦੇ ਨਾ, ਸਾਨੂੰ ਕਲਚਰ ਬਹੁਤ ਯਾਦ ਆਉਂਦਾ ਹੁੰਦਾ, ਆਪਣਾ ਦੇਸ਼, ਆਪਣੀ ਮਿੱਟੀ ਦੀ ਖੁਸ਼ਬੂ ਬੜੀ ਯਾਦ ਆਉਂਦੀ ਆ। ਤੇ ਮੈਨੂੰ ਲੱਗਦਾ ਜਿੰਨੇ ਵੀ ਲੋਕੀ ਬਾਹਰ ਗਏ, ਜਿਵੇਂ ਸਾਡੇ ਵੀ ਸਾਰੇ ਰਿਸ਼ਤੇਦਾਰ NRI ਆ, ਉਹ ਜਦੋਂ ਪੰਜਾਬ ਆਉਂਦੇ ਆ ਉਹਨਾਂ ਨੂੰ ਤਾਂ ਲੱਗਦਾ ਕਿ ਵਾਹ ਪੰਜਾਬ ਕਿੰਨਾ ਵਧੀਆ। ਜਦੋਂ ਉੱਥੇ ਜਾਂਦੇ ਆ ਉਹਨਾਂ ਨੂੰ ਮਤਲਬ ਉਹ ਖੁਸ਼ਬੂ ਯਾਦ ਰਹਿੰਦੀ ਹੈ। ਸੇਮ ਇਹਦੇ ਵਿੱਚ ਵੀ ਹੈ ਕਿ ਜਿਹੜਾ ਜਦੋਂ ਅਸੀਂ ਇਹ ਕਰੈਕਟਰ ਕੀਤਾ, ਸਾਰੇ ਕਰੈਕਟਰ ਤੁਹਾਨੂੰ ਆਮ ਲਾਈਫ ਦੇ ਵਿੱਚ ਮਿਲ ਜਾਣਗੇ। ਜਿੰਨੀਆਂ ਵੀ 6 ਭੈਣਾਂ ਹੈਗੀਆਂ ਸਾਡੀਆਂ, ਸਾਡੇ ਸਾਰੇ ਦੇ ਮਤਲਬ ਕੈਰੈਕਟਰ ਜਿਹਨੇ ਤੁਸੀਂ ਰਿਲੇਟ ਕਰੋਗੇ ਕਿ ਯਾਰ ਮੇਰੇ ਤੇ ਚਾਚੀ ਐਵੇਂ ਦੀ ਆ, ਜਾਂ ਮੇਰੀ ਭੈਣ ਇੱਦਾਂ ਦੀ ਆ। ਤੇ ਉਹ ਕੈਰੈਕਟਰ ਕਰਨ ਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਇਹ ਪ੍ਰੋਬਲਮ ਆਈ ਸੀ ਕਿ ਮੈਂ ਆਮ ਲਾਈਫ ਜਿੱਦਾਂ ਦਾ ਮੈਂ ਇਹ ਕੈਰੈਕਟਰ ਕੀਤਾ, ਮੈਨੂੰ ਪ੍ਰਵੀਨ ਜੀ ਨੇ ਹੀ ਉਹ ਕਰਵਾਇਆ, ਕਿਉਂਕਿ ਮੈਂ ਓਵਰ ਐਕਟਰ ਹਾਂ ਥੋੜੀ ਜਿਹੀ, ਮੇਰੀ ਆਵਾਜ਼ ਬਹੁਤ ਜ਼ਿਆਦਾ ਉੱਚੀ ਆ, ਤੇ ਇਹਨੇ ਮੈਨੂੰ ਹਮੇਸ਼ਾ ਥੋੜੀ ਆਵਾਜ਼ ਨੀਵੀਂ, ਥੋੜੀ ਆਵਾਜ਼ ਥੋੜੀ ਸੌਫਟਲੀ ਬੋਲੋ, ਕਿਉਂਕਿ ਉਹ ਕੈਰੈਕਟਰ ਹੁੰਦਾ ਦਾ ਸੀ। ਤੇ ਉਹ ਵਧੀਆ ਲੱਗਦਾ ਜਦੋਂ ਤੁਸੀਂ ਆਪਣੇ ਕਲਚਰ ਨੂੰ ਪੇਸ਼ ਕਰਦੇ ਹੋ ਵਧੀਆ, ਔਰ ਸਾਰੇ ਜਣੇ ਇੰਨੀਆਂ ਵਧੀਆ ਸੀਗੀਆਂ, ਵਧੀਆ ਵਾਈਬ ਹੈ। ਠੀਕ ਹੈ। ਐਂਡ ਪ੍ਰੋਰਾਜ, ਜਦੋਂ ਆਪਾਂ ਮੂਵੀ ਕਰਦੇ ਹਾਂ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਸਟੋਰੀ ਕਿਹੋ ਜਿਹੀ ਹੈ, ਸਟਾਰ ਕਾਸਟ ਕਿਹੋ ਜਿਹੀ ਹੈ। ਵਾਟ ਆਰ 3 ਫੈਕਟਰਸ ਦੈਟ ਯੂ ਨੋਟ ਡਾਊਨ ਕਿ ਉਹ ਤਾਂ ਹੀ ਮੂਵੀ ਕਰਾਂਗੀ ਮੈਂ? I think firstly, it's very important to understand that the character has to be as important as to drive the story somewhere. Because अगर वो नहीं है तो then it's pretty much loose ends of
what are you doing? You're just a floater in the story, right? So I think the most important is that. बाकी दूसरा point आता है कि आपके, of course, you know, who are the technicians involved in the project, whether it's a director, whether this director has a certain vision towards the project, producer है, whether they'll be able to complete the project and release the project. Thirdly, you know, who are the technicians who are going to be involved in it. I think that makes फिल्म एक बना तो लेते हैं हम फिल्म, लेकिन उसको प्रेजेंट करना, उसको एक सर्टन शेप, कलर, यू नो, एक सर्टन एसेंस देना, दैट्स आल्सो वेरी इंपॉर्टेंट. दैट हाउ, बिकॉज कई बार मेहनत तो कर लेते हो, दिखी नहीं तो फायदा क्या हुआ. So do you prefer watching their past records as well? Why not? Of course, because you know it's like your resume, right? Why would somebody hire you if you know maybe okay they can bet on you if you are a newcomer, you know, as an intern or you know XYZ. But it's nothing wrong in seeing somebody's past work, and sometimes you desire to work with certain people, and that's how you eventually end up working together, because you know of certain body of work somebody's actually done in their own field. अगर कोई fresh director आ रहा है जिसने सिर्फ अभी तक short film की है, but he has a backing of good story, a good production house, but like I said, first time big movie बना रहा है, will you go with him? Depends on the conviction of the director. I've already worked with you know new directors as well. Some of them have like really a certain vision और एक conviction जो होती है कि नहीं हमें पता है कि हम ये क्या बना रहे हैं. Unless मतलब आप बैठे हैं उसके साथ, डायरेक्टर के साथ, और आप पूछ रहे हैं कि अच्छा आपको बनाना क्या, अच्छा अभी हम देखते हैं, सोचेंगे, अब कुछ भी कर लेते हैं, अब देख ले, then you already know that this person really, you know, I don't know where that person is going to go. Confidence lose हो जाता है. लूज, आप देखो ना कि अगर आप किसी ऑफिस में जाते हो तो आपको बोले कि अच्छा आप क्या काम करोगे, आप बता दो ना आप क्या करना चाहोगे, तो यू आर लाइक अरे आप बताओ ना मेरे को क्या काम करना है, सॉर्ट ऑफ थिंग. सो यू नीड somebody with a conviction, especially a director, because the director has to get the whole unit together and push forward. So उपासना जी, ਤੁਹਾਨੂੰ तो एक्टिंग बारे में पूछूंगा नहीं कुछ भी, मैं पूछूंगा सब. ਤੁਹਾਨੂੰ ਕਿਹੜਾ ਆਂਦੀ ਹੈ? ਆਂਦੀ मैं पहले ही कह रहा छवि चेक कर लो, एक रील लाया हुआ है मैम ने, अब मूड चल रहा है, बढ़िया मूड. ठीक है, ਤੇ मूड ਦੇ ਨਾਲ ਸੰਵਾਦ ਦੱਸੋ. नेशन वांट्स टू नो व्हाट डू यू मीन बाय बड़ा करारा कूदना. ਬੜਾ ਕਰਾਰਾ ਤਾਂ ਤੁਹਾਨੂੰ ਪਤਾ ਹੀ ਹੈ. ਵੈਸੇ ਤਾਂ ਤੁਹਾਨੂੰ ਪੂਦਨਾ ਵੀ ਪਤਾ, ਪਰ ਜਿਹਨੂੰ ਨਹੀਂ ਪਤਾ ਉਹਨੂੰ ਦੱਸਦਾ, ਉਹ ਪੁਦੀਨਾ, ਜਿਹੜਾ ਹਿੰਦੀ ਚ ਆਪਾਂ ਪੁਦੀਨਾ ਕਹਿੰਦੇ, ਉਹ ਹੈ ਬੜਾ ਕਰਾਰਾ ਪੁਦੀਨਾ. तो जिद्दां पुदीने दी चटनी बनदी है ना, खट्टी मीठी, बड़ी मजेदार बनांदे, मम्मी बनांदे होने, विच मिर्च भी पांदे, विच प्याज भी पांदे, और भी कितनियां चीज़ां पा के खट्टी मिठी. उदां दी साडी फिल्म है जी, बड़ा करारा पुदीना दी तरह. ते खट्टी मिठी चटनी है, इहदे च सब कुछ है. इहदे च कॉमेडी भी है जी, इमोशंस भी है, इहदे च मतलब लाइफ दे हर शेड्स है. सो तुसी जब फिल्म देखोगे तो मजा आ जाएगा. जैसे कि जिद्दां तुसी ट्रेलर देखा, ਤੁਹਾਨੂੰ थोड़ा तो पता लग गया होना कि बड़ी मजेदार जी फिल्म लग रही है ना. ਇਹਦਾ ਹਾਲੇ मतलब 1% भी नहीं मैं कहूँगी. जब तुसी फिल्म देखोगे तो ਤੁਹਾਨੂੰ 100% ਜਦੋਂ ਸਾਹਮਣੇ ਆਏਗਾ चटनी, तो तुसी मजे लोगे चटनी दे. फिर बड़ा करारा कूदना है. यस. अच्छा, इससे थोड़ा बहुत स्ट्रगल भी है, राइट, दैट अ वुमन वांट्स, गर्ल्स wants to pursue their dreams, right? लेकिन which लोग की समाज ये बहुत सी चीजें हैं. थोड़ी भी लाइफ काफी लंबी रही है, बहुत लंबा करियर है. Did you relate to this character? बहुत सारिया चीज़ां जो मैं फिल्म की जी अंग्रेज कौर जो मेरा कैरेक्टर है, मैं उन्हें रिलेट करती. कई चीज़ों मैं इमोशंस च उन्हें रिलेट करती हूँ, क्योंकि मेरा बहुत ज़्यादा प्यार अपनी सिस्टर नाल रहा है और हमेशा रहेगा. बहुत है, मेरी मदर नाल बहुत अच्छा संबंध रहा. सो मैं जो भी अपनी सिस्टर्स जड़ियाँ मेरिया भैन बनिया हुई 5, उन्होंने जो भी मैं सीन करती सी तो मैं अपनी सिस्टर को सामने रख के करती सी. क्योंकि जो भी तुसी कोई कभी भी तुसी कोई सीन करना होवे ना, तो जे तुसी किसी को आई लव यू भी कहना होवे तो तुसी या तो अपने हस्बैंड को देखोगे या अपने बॉयफ्रेंड को देखोगे तो तुसी ज़्यादा अच्छा परफॉर्म कर सकते हैं. तो इन्हां च मैनूं अपनी भैनां दिखदियां, तो फिर मैं जो ਉਹਦੇ ਲਈ फिर मैनू आंसू ग्लिसरीन ज़्यादा नहीं लानी पैंदी है कुछ, क्योंकि तुसी उत्थों अंदरों फील करते हैं. तो होर भी बहुत सारिया चीज़ां हैं, पर ये नहीं कि मैं अंग्रेज़ कौर की तरह बिल्कुल मैं अंग्रेज़ कौर ही है, इदा नहीं है. पर हाँ कुछ एक चीज़ां ऐसियां हैं अंग्रेज़ कौर दियां ਜਿਹੜੀਆਂ कि मेरे दिल ਨੂੰ ਛੁੰਦੀਆਂ, या मैं सोचती हूँ कि मैं भी किते किते ਉਹੀ है. क्योंकि जो प्रवीण जी ने मैनू सबजैक्ट दसिया सी, तो इन्होंने मैनू किसी होर भैन के रोल ਲਈ ਕਿਹਾ ਸੀਗਾ. अच्छा, पर मैं इन्होंने कहा नहीं अंग्रेज कौर करूंगी. ਕਿਹੜਾ ਰੋਲ ਸੀ ਇਹ ਦੱਸੋ, ਪੋਸਟਰ ਦੇਖ ਕੇ ਦੱਸ ਦਿਓ. ਦੱਸੋ.
ਜਿਹੜਾ ਸਵੈਪ ਕੀਤਾ ਹੈ। ਉਹ ਨਹੀਂ ਇਸ ਤਰ੍ਹਾਂ ਅੱਛਾ, okay, ਉਹ ਨਹੀਂ okay, ਦੱਸਣਾ। ਫਿਲਮ ਰਿਲੀਜ਼ ਤੋਂ ਬਾਅਦ ਫਿਰ- ਠੀਕ ਹੈ ਉਹਦੇ ਲਈ ਤੇ ਮੈਂ ਮੈਂ ਕੋਟ ਤਾਂ ਕਟ ਨਹੀਂ। ਪਾਲ ਨਹੀਂ ਮਿਲਣੀ ਉਹੀ ਗਰਲਸ ਤੋਂ ਗਰਲਸ ਤੋਂ ਕਹਿੰਦਾ ਨਹੀਂ ਇਸ ਰੋਲ ਨੂੰ ਤਾਂ ਅਵਾਰਡ ਮਿਲਿਆ ਹੈ। ਮੈਂ ਕਿਹਾ ਇਹ ਰੋਲ ਮੈਂ ਨਹੀਂ ਕਰਨਾ। ਕੁਛ ਆਪਾਂ 3 ਜਾਂ 4 ਵਾਰ ਮਿਲੇ ਮੈਂ ਹਾਂਜੀ, ਹਾਂਜੀ, ਹਾਂਜੀ। ਚੰਡੀਗੜ੍ਹ ਵੀ ਆਈ ਤਾਂ ਵੀ ਤੁਸੀਂ ਮੈਨੂੰ ਕਿਹਾ ਆ ਰੋਲ ਹਾਂਜੀ, ਕਰਨਾ। ਹਾਂਜੀ, ਹਾਂਜੀ। ਫਿਰ ਫੋਨ ਤੇ ਵੀ ਪਾਸੇ ਤੁਸੀਂ ਸਮਝ ਨਹੀਂ ਰਹੇ ਆ ਰੋਲ ਵਧੀਆ ਹੈ। ਮੈਂ ਕਿਹਾ ਨਹੀਂ ਪਰ ਮੈਂ ਜਿਹੜਾ ਕਹਿ ਰਹੀ ਉਹ ਜ਼ਿਆਦਾ ਵਧੀਆ ਹੈ ਤੇ ਉਹੀ ਕਰਨਾ। ਫਿਰ मतलब जिद्दां कि तुसी कोई चीज ਨੂੰ पाना चाहते हैं ना, शिद्दत से किसी चीज को चाहो तो मिल जाती है। बस वही गल हुई। मैं रोज सोचा मैं क्या हाय रोल ਉਹਨੂੰ ਦੇਤਾ ਦੂਸਰੇ ਮੈਂ ਜ਼ਿਆਦਾ ਚੰਗਾ ਕਰਨਾ ਸੀ। ਇਹ ਗੱਲ ਨਹੀਂ ਹੈ ਜਿਨ੍ਹਾਂ ਨੂੰ ਮਿਲਿਆ ਸੀ ਉਹ ਵੀ ਬਹੁਤ ਵਧੀਆ ਐਕਟਰਸ ਹੈ ਪਰ ਮੈਂ ਕਿਹਾ ਹਾਏ ਮੈਨੂੰ ਮਿਲਣਾ ਚਾਹੀਦਾ ਸੀ। 7-8 ਦਿਨ ਜਦੋਂ ਇਹਨਾਂ ਦੇ ਜਾਨ ਚ ਰਹਿ ਗਏ ਫਿਰ ਮੈਂ ਉਮੀਦ ਛੱਡਤੀ। ਮੈਂ ਕਿਹਾ ਹੁਣ ਨਹੀਂ ਗੱਲ ਬਣਨੀ। ਅਚਾਨਕ ਇੱਕ ਦਿਨ ਪ੍ਰਵੀਨ ਜੀ ਦਾ ਫੋਨ ਮੈਨੂੰ ਕਹਿੰਦੇ ਬਸ ਨਾ ਉਹ ਜਿਹੜਾ ਰੋਲ ਸੀਗਾ ਨਾ ਉਹ ਕਰ ਲਓ, ਉਹ ਤੁਸੀਂ ਕਰਨਾ ਹੁਣ ਵੀ। ਮੈਂ ਕਿਹਾ ਹਾਂ ਮੈਂ ਤਾਂ ਐਦਾਂ ਸ਼ੋਅ ਕੀਤਾ ਕਿ ਮੈਨੂੰ ਕੋਈ ਫਰਕ ਨਹੀਂ ਪਿਆ। ਵੈਸੇ ਦਿਲ ਮੇਰਾ ਆਇਆ ਨੱਚ ਵੱਚ ਰਿਹਾ ਸੀ। ਮੈਂ ਕਿਹਾ ਹਾਂ ਪਰ ਮੈਂ ਕਰਨਾ ਫਿਰ ਉਹੀ ਆ। ਕਹਿੰਦੇ ਉਹੀ ਕਰਨਾ। ਮੈਂ ਕਿਹਾ ਠੀਕ ਹੈ। ਕਹਿੰਦੇ ਪਰ ਹੁਣ ਵੀਜ਼ੇ ਦਾ ਕਿੱਦਾਂ ਹੋਊਗਾ? 8 ਦਿਨ 7 ਦਿਨ ਰਹਿ ਗਏ। ਦੇਖੋ ਮੈਂ ਇੱਕ ਫਿਲਮ ਕਰਨ ਜਾ ਰਹੀ ਸੀ ਲੰਡਨ ਔਰ ਮੇਰਾ ਆਲਰੇਡੀ ਵੀਜ਼ਾ ਲੱਗਿਆ ਆਇਆ ਸੀ ਤੇ ਉਹ ਮੈਂ ਉਹਦਾ ਦੇ ਵੀਜ਼ੇ ਤੇ ਇਹਨਾਂ ਦੀ ਫਿਲਮ ਕਰਨ ਗਈ। ਪ੍ਰੋਡਿਊਸਰ ਨੇ ਪੈਸੇ ਬਚਾ ਕੀਤੀ ਕਿ ਨਹੀਂ ਕੀਤੀ ਆ ਦੱਸ ਦੋ। ਉਹ ਹਿੰਦੀ ਫਿਲਮ ਹੈ ਚਿਲ ਮਾਰਨਾ ਬ్రో ਹੁਣ ਕੰਪਲੀਟ ਹੋ ਗਈ ਹੈ। ਉਹਨਾਂ ਦਾ ਜਿਹੜਾ ਪੋਸਟਪੋਨ ਹੋ ਗਿਆ ਤੇ ਫਿਰ ਮੈਂ ਇਹਨਾਂ ਦੀ ਫਿਲਮ ਕਰਨ ਗਈ। ਥੋੜੇ ਜਿਹੇ ਦਿਨ ਰਹਿੰਦੇ ਤੁਸੀਂ ਮੈਨੂੰ ਇਹ ਵੀ ਕਿਹਾ ਸੀ ਨਾ ਮੈਂ ਲਿਮਿਟਡ ਡੇਜ਼ ਦੇ ਸਕਦੀ ਹਾਂ, ਇੰਨੇ ਦਿਨ ਹੀ ਦਊਂਗੀ। ਉਸ ਤੋਂ ਬਾਅਦ ਮੇਰੀ ਦੂਜੀ ਸ਼ੂਟਿੰਗ ਹੈ। ਹਾਂ ਮੈਂ ਕਿਹਾ ਮੈਡਮ ਕੋਈ ਗੱਲ ਨਹੀਂ ਜਿੰਨੇ ਦਿਨ ਦੇ ਦੋ। ਕਹਿੰਦੇ ਜਿਹਨੇ ਔਰ ਉਹ ਅੱਗੇ ਜਾਂਦੀ ਰਹੀ ਫਿਲਮ। मतलब चल शुक्र है मैं कहनी वाहिगुरु दा कि वो फिल्म अगे चली गई और मैनू काम करने का मौका मिला और मैंने बहुत ही सैटिस्फैक्शन है कि मैनू और मैं वाहिगुरु का शुक्र किया कि मैनू रोल मिल गया। हूँ चाहे दूजी किते सोचती होनी नजर लाई इन्होंने नजर ला पूरी नजर सी मेरी फिल्म तो इन्होंने मैंने दिखाई कि काली मिर्चा फूकिया लगे। अगली बार फूकूंगी वो मेरा आती पूदना बना के ओके तो कृष्णा टेल मी के रिसेंटली ना एक फायर कह सकते हैं इग्नाइट हुई है बॉलीवुड में एंड ऑल अक्रॉस द ग्लोब के वर्किंग आवर्स को लेकर, खास करके फीमेल को लेकर। और दीपिका ने खुद कहा कि यार अक्षय तो बहुत पहले से कर रहे हैं, 8 घंटे करते हैं। हाउ डू यू प्रेफर वर्किंग इन द मूवीज? लाइक अगर प्रोजेक्ट अच्छा है तो मैं एक्स्ट्रास कर लूंगी और आई विल स्टिल स्टिक टू माय 8 hours or 9 hours. See, I think it's a personal priority because what happens कि कई बारी किसी की कोई physical problem होती है, कोई ज़्यादा number of hours नहीं दे सकता, reasons होते हैं काफ़ी. But when it comes to productivity, obviously if anyone's overworked, तो obviously वो दिखती है as an actor, आपके face पे नज़र आएगी, आपके energy level पे नज़र आएगी. तो वो मतलब hamper सबकी productivity पे करता है. सो आई थिंक देयर एक्टर हैज़ अ राइट टू से नो. बट जहाँ तक मैंने काम किया है लोगों के साथ इतनी फ्लेक्सिबिलिटी सारे दिखाते हैं कि नहीं अगर लिमिटेड टाइम है तो उतना रेस्ट टाइम भी मिल जाता है बिटवीन एक्टर्स. और स्केड्यूलिंग ऐसे करते हैं कि अगर आपके 2 दिन बहुत लंबे आवर्स हैं तो थर्ड डे आपको एक ब्रेक मिल जाएगा या कुछ इस तरह का मतलब एडजस्ट कर लेते हैं. तो इतना अंडरस्टैंडिंग नॉर्म इंडस्ट्री में होता ही है कि अगर आप आ रहे हैं या तो फिर आप उतना फास्ट काम करके डिलीवर करते हैं उतने आवर्स अपना काम, जो मतलब जैसे अगर हम एक्स अमाउंट ऑफ आवर लेते हैं अपना तैयार होने में या कुछ है, सो देन यू नो कि अगर मेरे को इतना काम इतनी देर में निकालना है, मुझे जाना है जल्दी या व्हाटएवर, सो देन उतने काम में आप उतने टाइम में जल्दी काम कर लें. सो इट जस्ट ऐसे कर लेते हैं, ऐसा कुछ वो नहीं है. बट अगेन येस बाय लॉ इफ़ यू से कि इट इज़ इम्पॉर्टेंट कि आपकी हेल्थ इफेक्ट ना हो, आपका ओवर स्ट्रेस ना हो, क्योंकि स्पेशली डेली सोप्स तो किए हुए हैं तो पता ही है कि डेली सोप्स में क्या होता है कि बैक टू बैक अगर आप काम कर रहे हैं तो रेस्ट नहीं मिलती बिल्कुल भी, एग्जॉशन हो जाती है. मेरे को तो बहुत ही 1-2 बार मैं तो हॉस्पिटलाइज भी हो गई थी बिकॉज डिहाइड्रेशन हो गई ओवरवर्क करके. सो समटाइम्स थिंग्स हैपन. तो उस लेज़े से अगर आप देखें तो हाँ एक होना चाहिए कि नहीं इतने आवर्स हैं. बट अगेन जब आप फिल्म कर रहे हैं तो देन यू हैव टू प्लान अकॉर्डिंगली. और आई थिंक इतनी कंसिडरेशन देते हैं डायरेक्टर्स प्रोड्यूसर्स कि नहीं ओवरवर्क नहीं कर सकते कोई भी एक्टर. मैं इस गल बारे कुछ कहना चाहती हूँ कि है कि मैं सिंटा एक है सिने आर्टिस्ट एसोसीएशन, साडे आर्टिस्टां दी एसोसीएशन है, ਉਹਦੀ मैं जनरल सैकटरी. तो उत्थे असी
ਮਤਲਬ ਇਸ ਗੱਲ ਲਈ ਲੜ ਰਹੇ ਕਿ ਸਾਡੇ ਜਿਹੜੇ ਜਿੱਦਾਂ ਕਿ ਕੋਈ ਮਜ਼ਦੂਰ ਆਉਂਦਾ ਉਹਦਾ 8 ਘੰਟੇ ਦੀ ਸ਼ਿਫਟ ਹੁੰਦੀ ਹੈ ਤੇ ਸਾਡੀ ਜਿਹੜੀ ਹੈਗੀ ਸਾਡੀ 12 ਘੰਟੇ ਦੀ ਸ਼ਿਫਟ ਹੁੰਦੀ, ਉਹ 12 ਵੀ ਨਹੀਂ ਹੈ, ਉਹ 14 ਹੋ ਜਾਂਦੀ, ਕਦੀ 16 ਹੋ ਜਾਂਦੀ ਹੈ, ਇਦਾਂ ਵੀ ਹੋ ਜਾਂਦਾ। ਤੇ ਇਹਦੇ ਲਈ ਅਸੀਂ ਮਤਲਬ ਲੜਾਈ ਵੀ ਲੜ ਰਹੇ ਹਾਂ ਇਸ ਟਾਈਮ ਨਾ। ਔਰ ਕਈ ਹੀਰੋਇਨਸ ਜਿਹੜੀਆਂ ਬੇਹੋਸ਼ ਹੋ ਜਾਂਦੀਆਂ ਵਿਚਾਰੀਆਂ, ਕਈ ਕੁੜੀਆਂ, ਕਈ ਐਕਟਰਸ ਬੇਹੋਸ਼ ਹੋ ਜਾਂਦੇ, ਹਸਪੀਟਲ ਲੈ ਕੇ ਜਾਣਾ ਪੈਂਦਾ ਹੈ ਜਾਂ ਸਾਰਾ ਕੁਛ ਨਾ। ਤੇ ਵਰਕਿੰਗ ਆਵਰਸ ਜਿਹੜੇ ਐਕਟਰਸ ਲਈ ਆ, ਸਾਡੀ ਫਿਲਮ ਇੰਡਸਟਰੀ ਦੇ ਵਰਕਿੰਗ ਆਵਰਸ ਆ, ਉਹ ਬਹੁਤ ਜ਼ਿਆਦਾ ਲੰਬੇ ਆ। ਮਤਲਬ ਜਦੋਂ ਜੇ ਤੁਸੀਂ 12 ਘੰਟੇ ਦੀ ਸ਼ਿਫਟ ਕਰਨੀ ਹੈ ਤਾਂ ਤੁਹਾਨੂੰ ਘਰੋਂ ਕਦੋਂ ਚੱਲਣਾ ਪਏਗਾ, ਤੁਸੀਂ 1 ਘੰਟਾ ਪਹਿਲਾਂ ਵੀ ਪਹੁੰਚੋਗੇ ਕਿਉਂਕਿ ਤੁਸੀਂ ਮੇਕਅਪ ਕਰਨਾ। ਫਿਰ ਇੱਦਾਂ ਵੀ ਨਹੀਂ ਤੁਸੀਂ ਕਹਿ ਸਕਦੇ ਜਦੋਂ ਸੀਨ ਚੱਲ ਰਿਹਾ ਹੁੰਦਾ ਕਿ ਤੁਸੀਂ ਇੱਦਾਂ ਵੀ ਨਹੀਂ ਕਹਿ ਸਕਦੇ ਕਿ ਸੀਨ ਅੱਧਾ ਛੱਡ ਕੇ ਅਸੀਂ ਚਲੇ ਜਾਵਾਂਗੇ। ਹੋ ਸਕਦਾ ਕਿ ਉਹ 12 ਘੰਟੇ ਜਿਹੜੇ ਉਹ 13 ਜਾਂ 14 ਘੰਟੇ ਵੀ ਹੋ ਜਾਣ। ਮਤਲਬ ਇੱਦਾਂ ਦੇ ਵਰਕਿੰਗ ਆਵਰਸ ਸਾਡੇ ਬਹੁਤ ਜ਼ਿਆਦਾ ਉਹ ਹੈ। ਔਰ ਜਦੋਂ ਤੁਸੀਂ ਰੀਜਨਲ ਫਿਲਮ ਕਰਦੇ ਆ ਜਾਂ ਤੁਸੀਂ ਸੀਰੀਅਲ ਕਰਦੇ ਆ ਉਦੋਂ ਤੁਹਾਨੂੰ ਡੈਫੀਨੇਟਲੀ ਉਨੇ ਘੰਟੇ ਦੇਣੇ ਹੀ ਪੈਂਦੇ ਆ। ਮਤਲਬ ਮੈਂ ਆਪਣੀ ਲਾਈਫ 'ਚ ਤਾਂ ਦੇਖਿਆ ਕਿ ਇੱਦਾਂ ਮੈਂ ਸਾਰੇ ਐਕਟਰਸ ਦੀਆਂ ਵੀ ਇਸ ਟਾਈਮ ਤਕਲੀਫਾਂ ਦੇਖ ਰਹੀ ਹਾਂ ਕਿਉਂਕਿ ਮੈਨੂੰ ਆ ਕੇ ਕਹਿੰਦੇ। ਪਰ ਮੈਂ ਖੁਦ ਹੁਣੀ ਇੱਕ ਸਾਊਥ ਦੇ ਡਾਇਰੈਕਟਰ ਦੇ ਨਾਲ ਕੰਮ ਕਰ ਰਹੀ ਸੀ ਤੇ ਉਹਨਾਂ ਨੇ ਕਿ ਸਾਊਥ ਵਾਲੇ ਤਾਂ ਇਮੀਡੀਏਟਲੀ ਕਰੈਕਟ ਟਾਈਮ ਤੇ ਪੈਕਅਪ ਕਰਦੇ ਆ, ਹੈ ਨਾ। ਤੇ ਮੈਂ ਇੱਦਾਂ ਸੁਣਿਆ ਸੀ, ਮੈਂ ਉਹ ਤੋਂ ਸ਼ੂਟਿੰਗ ਕਰਨ ਗਈ। ਇੰਦਰਜੀਤ ਲੰਕੇਸ਼ ਬਹੁਤ ਵੱਡੇ ਡਾਇਰੈਕਟਰ ਹੈ, ਕਾਫੀ ਅਵਾਰਡ ਵਿਨਿੰਗ ਫਿਲਮਾਂ ਬਣਾਈਆਂ ਉਹਨਾਂ ਨੇ। ਸਵੇਰੇ 7 ਵਜੇ ਉਹਨਾਂ ਨੇ ਸਾਨੂੰ ਬੁਲਾਇਆ, ਮੈਨੂੰ ਲੱਗਾ 7 ਵਜੇ ਖਤਮ ਹੋ ਜਾਏਗਾ। ਉਹ 7 ਵਜੇ ਸ਼ੁਰੂ ਹੋ ਕੇ ਰਾਤ ਦੇ 2 ਵਜੇ ਖਤਮ ਹੋਇਆ ਪੈਕਅਪ, क्योंकि वो कहते कि साढ़े फाइटर्स आए हुए हैं और उन्होंने बजट बढ़ रहा और ये हो रहा, पासना जी प्लीज। मैं लोगों लिए लड़ रही है कि वो 12 घंटे मिला 10 घंटे होने चाहिए। आप जनरल सैकटरी ऑफ सिंटा कर रही है 12 घंटे नहीं किन्ने घंटे। इदा जी आप फिल्म की है जी आप इन्होंने जी 21 दिन च बनाई है, तुसी वो फिल्म दी लोकेशंस देखो, तुसी वो फिल्म दी किन्नी जगह वो शूट हुई है, साडे किन्ने सीन्स है। तो इदा नहीं सीगा कि असी कोई आराम किया होगा, तुसी आप सोच सकते हैं। मतलब इन्हों दे तो कई बार मतलब मैं देखा कि इन्हों की बुरी हालत सिर ते बनिया आ कुछ मतलब सिर एक बार इन्हें सट भी लग गई। तो कहते नहीं शॉर्ट लगाओ क्योंकि उन्होंने पता है कि उन्ने टाइम साढ़े को इन्ना बजट है, इदा करना। मतलब बड़िया सारिया लिमिटेशनस होंदियां। पर हाँ जो तुसी एक वड्डी फिल्म करते हैं ना, जो तुसी हिंदी दी जिहड़ी बिग बजट फिल्म होंदी है या कुछ होंदा उहदे चों अफोर्ड कर लैंदे है कि ना। पर जो एक लिमिटेड तुसी उहदे च करदे हैं तो मैं ज़्यादा करके मैं अपने आप नूं भी कहनी है, मैं इन्ने साल दी काम कर रही हैं। अज प्रोड्यूसर्स मेरे नाल बड़े अच्छे है जी, मैं थक जावां तां वो कह दिंदे तुसी जे इदां। पर मैं खुद किन्ने घंटे काम करदी हां। तो मतलब मैनूं लगदा कि साडी इंडस्ट्री च जिहड़ा इदां दा कुछ रूल बनना चाहिए कि 10 घंटे की शिफ्ट होनी चाहिए या एक्टर भी रेस्ट कर सकन या आराम कर सकन। जिहड़ी इन्हां दी गल ते कि इंटरनेशनली बाय लॉ हैगा कि 8 to 10 hours is by law working hours, क्योंकि उन्हां दा वर्क लाइफ बैलेंस इज व्हाट द फोकस इज। इत्थे 12 घंटे है बाय लॉ विच इज हाँ नॉर्मल शिफ्ट इन्हों कहते हैं हाँ, जेडी आपा होनी नॉर्मल शिफ्ट। और वो जो 12 घंटे होता है वो होता है ऑन सेट। आप जब से आप 2 घंटे दूर से आ रहे हैं, आप 5 मिनट दूर से आ रहे हैं, कोई लेना देना नहीं है। वो ऑन सेट आप पहुंचेंगे और उससे 12 घंटे आपका शिफ्ट काउंट होती है। और 12 घंटे जब पूरे हो गए उसके बाद आप अब 3 घंटे आपको घर लगे पहुंचने में या 2 घंटे That doesn't count. I was doing my TV show on like regular basis, तो मैं तो कहती थी मुझे सनराइज और सनसेट दिखता ही नहीं था। मैं कभी नहीं देखा। मतलब अंदर ही तुसी शूट कर रहे ने तो पता ही नहीं कदों अंधेरे में आओ अंधेरे में चला जाओ तो पता नहीं चलता। मैं ਵਧੀਆ ਗੱਲ ਇਹ ਹੈ ਕਿ ਵੀ ਇਸ ਡਿਸਕਸ਼ਨ 'ਚ ਕੋਇਨ ਦੀ ਦੂਜੀ ਸਾਈਡ ਵੀ ਹੈ, ਪ੍ਰੋਡਿਊਸਰ ਤੇ ਡਾਇਰੈਕਟਰ ਵੀ ਹੈ। ਟੈਲ ਮੀ ਕਿ ਕਦੀ ਹੋ ਜਾਂਦਾ ਪ੍ਰੋਡਿਊਸਰ ਤੇ ਡਾਇਰੈਕਟਰ ਬਹੁਤ ਦਾ ਵਿਜ਼ਨ ਹੁੰਦਾ ਕਿ ਯਾਰ ਸੀਨ ਬਦਲ ਦਿੰਦੇ ਆ, ਮਜ਼ਾ ਨਹੀਂ ਆ ਰਿਹਾ, ਕੁਝ ਹੁੰਦਾ ਹੈ। How do you cooperate with the actors at such time? Starting with you. So actually I would kind of like to take a slightly different take on it. I completely agree with both of them because I come from corporate life wherein I have worked in a certain structure and I worked endlessly like Gurrat said, पता नहीं चला sunrise sunset हो रही है आप अंदर ही हो। But from a producer's point of view there are certain other things also. There are a lot of things that you have to handle. Some are expected, some are planned, some are unplanned, and some are extremely unexpected. I mean, I'll just give you an example of my first film, which is Vaikam Bharideva, which is the this Bada Karara Poonna's official remake of that film. So, Vaikam Bharideva, I started the film in February 2020. We had done 95% of the shoot, and then there was pandemic. Pandemic struck. And for 3 years, I held on to that film. I couldn't release because they were
But at the end of the day, I mean, you know, so everybody looks back, oh, it's a wonderful success, and they think it's a given. It wasn't overnight, although the film was a success overnight, 3.5, 4 years, and that is a producer's responsibility. So usme, I mean, everyone was paid, everyone, so I mean, and that's not a big deal. It's a contract, people have worked, they have to be paid. So there's no doubt there. But all I'm trying to say is, a whole lot of times from producer's point of view, there are many other things at play. Like when it's a multicast, multi-starrer, or for that matter, when you're going to a different location, there's certain things which are beyond your control, because there's certain things which are clear planned, or, you know, so well, I think what is most important is how do you make people feel on your set? How do you work as a team? If somebody is unwell, obviously, I mean, I'll give you another example of Mangat. I think, I mean, you know, hats off. We were doing a very difficult scene that day. We had a full day dance shoot that was there, and she had the biggest tragedy of her life that day. She lost her father. And I was crying actually in the morning because I had lost my father just 2 years before that, so I could relate to that. I couldn't speak to her because the decision was hers what she wanted to do. She said, "No, let's shoot," and she shot the whole day. So my point is that it's always a give and take. You know, I agree that we need to work X hours, because beyond a certain point of time you're not productive. You know, you can't work efficiently because you're tired. And then it shows, and especially in terms of acting, it shows. You have to feel it, you know, it's very emotional. But at the same time, it can't be a yes or no, it can't be a cut and dry thing, this is right, this is not. I think there are many other factors at play there. So it just depends on how you work as a team, I think. And director साहब थोड़ा take short and crisp. एक मिनट टेप भी है ਕੱਟ ओवर टू यू हां प्लीज ਸਰ ਦੇਖੋ, ਜਿਹੜਾ ਆਪਾਂ 8 ਘੰਟੇ ਤੇ 12 ਘੰਟੇ ਦੀ ਸ਼ਿਫਟ ਹੈਗੀ ਗੱਲ ਕਰਦੇ ਆ, ਇੱਕ ਐਕਟਰ ਦੇ ਲਈ ਆਪਾਂ ਹੁਣ ਜਿਹੜੇ ਟੈਕਨੀਸ਼ੀਅਨ ਸਾਰੇ ਕੰਮ ਕਰਦੇ ਆ, ਜਿਵੇਂ ਆਪਾਂ ਕਹਿੰਦੇ ਕਾਲ ਟਾਈਮ ਦੇਤਾ ਵੀ ਇੰਨੇ ਘੰਟੇ ਸ਼ੂਟ ਹੋਊਗਾ ਨਾ, ਕਾਲ ਟਾਈਮ ਸੈੱਟ ਕਾਲ ਟਾਈਮ ਦੇਤਾ, ਬਟ ਜਿਹੜਾ ਕ੍ਰਿਊ ਦਾ ਕਾਲ ਟਾਈਮ ਹੁੰਦਾ ਉਸ ਤੋਂ ਪਹਿਲਾਂ ਦਾ ਹੁੰਦਾ ਹੈ। ਉਸ ਤੋਂ ਜੇ ਇੱਕ ਸਪੌਟ ਦੀ ਗੱਲ ਕਰੀਏ ਜਾਂ ਦੂਜੀ ਗੱਲ ਕਰੀਏ, ਉਹਦਾ ਟਾਈਮ ਵੀ ਵਿਚਾਰੇ ਦਾ ਕੁਛ ਨਹੀਂ ਹੁੰਦਾ, ਤੇ ਉਸ ਤੋਂ ਬਾਅਦ ਉਹ ਸ਼ੂਟ ਖਤਮ ਹੋਣ ਤੋਂ ਵੀ 2 ਘੰਟੇ ਬਾਅਦ ਹੋ ਜਾਂਦਾ ਹੈ ਨਾ ਜੀ। ਆਪਾਂ ਜੇ ਗੱਲ ਕਰੀਏ ਤਾਂ 16 ਘੰਟੇ ਦੀ ਸ਼ਿਫਟ ਹੋ ਜਾਂਦੀ ਹੈ ਕੈਰੈਕਟ ਉਹਨਾਂ ਦੀ। ਤੇ ਜੇ ਇਹ ਥੋੜਾ ਜਿਹਾ ਕ੍ਰੀਏਟਿਵ ਮੀਡੀਅਮ ਹੋਣ ਕਰਕੇ ਜਾਂ ਜਿੱਦਾਂ ਦਾ ਕੰਮ ਹੈਗਾ, ਇਹਦੇ ਕੋਈ ਆਵਰਸ ਫਿਕਸ ਤਾਂ ਆਪਾਂ ਇੱਕ ਲਿਮਿਟਡ ਰੱਖਿਆ ਹੋਇਆ ਵੀ ਇੰਨਾ ਆਵਰਸ ਆਪਾਂ ਕੰਮ ਕਰ ਲੈਂਦੇ ਹਾਂ, ਵੀ ਇਸ ਤੋਂ ਬਾਅਦ ਨਹੀਂ। ਕਿ ਸ਼ਿਫਟ ਜਿਹੜੇ ਬੰਦੇ ਨੇ ਸੋਚ ਕੇ ਬਣਾਈ ਹੁੰਦੀ, ਬਹੁਤ ਸੋਚ ਸਮਝ ਕੇ ਕੀਤਾ ਹੋਣਾ ਕੰਮ, ਕਿਉਂਕਿ ਇਹ ਕੋਈ ਇੱਦਾਂ ਨਹੀਂ ਹੈਗਾ ਵੀ ਆਪਾਂ ਕੋਈ ਲੇਬਰਡ ਵਰਕ ਨਹੀਂ ਹੈਗਾ। ਇੱਕ ਜਨਰਲ ਗੱਲ ਮੈਂ ਕਰਦਾ ਤੁਹਾਨੂੰ, ਜਿਹਦੇ ਆਪਾਂ 8 ਘੰਟੇ ਹੀ ਕੰਮ ਕਰ ਸਕਦੇ, ਉਸ ਤੋਂ ਬਾਅਦ ਆਪਾਂ ਥੱਕ ਜਾਂਦੇ ਹਾਂ, ਬੋਡੀ ਲਈ ਹੁੰਦੇ। ਹਾਂ, ਇੱਕ ਚੀਜ਼ ਜ਼ਰੂਰ ਹੈਗੀ, ਜਿਹੜੀ ਐਕਟਰ ਦੀ ਫਰੈਸ਼ਨੈਸ ਹੈਗੀ, ਆਈਜ਼ ਦੀ, ਫੇਸ ਦੀ, ਹੈ ਨਾ, ਉਹ ਤੁਸੀਂ ਰਿਕਵਰ ਉਹ ਸੋਏਗਾ ਤਾਂ ਹੀ ਹੋਊਗੀ, ਉਹ ਫਰੈਸ਼ਨੈਸ ਅਦਰਵਾਈਜ਼ ਨਹੀਂ ਆ ਸਕਦੀ। ਉਹਦੇ ਲਈ ਜ਼ਰੂਰੀ ਹੈ ਜਿਹੜਾ ਤੁਹਾਡਾ ਐਕਟਰ ਹੈਗਾ, ਜੇ ਤੂੰ 8 ਘੰਟੇ ਕੰਮ ਕਰੇ ਤਾਂ ਬਹੁਤ ਚੰਗੀ ਗੱਲ ਹੈ, ਕਿਉਂਕਿ ਉਹਨੇ ਕੈਮਰੇ ਦੇ ਸਾਹਮਣੇ ਰਹਿਣਾ ਹੁੰਦਾ। ਤੇ ਬਟ ਕੋਈ ਇਹ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਵੀ ਆਪਾਂ ਜੇ ਇੰਨੇ ਆਵਰਸ ਕੰਮ ਕਰਾਂਗੇ। ਤੇ ਹੁਣ ਇੱਦਾਂ ਜੇ ਫਿਲਮ ਦੇ ਬਜਟਿੰਗ ਦੀ ਗੱਲ ਆਉਂਦੀ ਹੈ, ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜਾ ਪੰਜਾਬੀ ਫਿਲਮਾਂ ਦਾ ਬਜਟ ਹੁੰਦਾ ਹੀ ਕੀ ਹੈ। ਜੇ ਆਪਾਂ ਇੱਕ ਫਿਲਮ ਵੀ ਦੇਖ ਲਈਏ, ਜੇ ਆਪਾਂ ਇੱਕ ਆਪਣੇ ਬਾਲੀਵੁੱਡ ਦੀ ਫਿਲਮ ਦੇਖ ਲਈਏ, ਕੋਈ ਵੱਡਾ ਗਾਣਾ ਹੋਵੇ ਤਾਂ ਆਪਣਾ ਉਸ ਗਾਣੇ ਨੂੰ ਜਿਹੜਾ ਫਿਲਮ ਦਾ ਬਜਟ ਹੈ ਸਾਰਾ, ਜੋ ਲਾ ਦਈਏ ਤਾਂ ਵੀ ਉਹ ਗਾਣਾ ਕੰਪਲੀਟ ਨਹੀਂ ਕਰ ਸਕਦੇ ਆਪਾਂ। ਲਿਮਿਟਡ ਬਜਟ ਹੁੰਦਾ, ਲਿਮਿਟਡ ਟਾਈਮ ਹੁੰਦਾ, ਇਹਦੇ ਅਕੋਰਡਿੰਗਲੀ ਫਿਰ ਜਿਹੜੀ ਕੰਪਲੀਟ ਕਰਨੀ ਹੁੰਦੀ ਹੈ ਫਿਲਮ ਕਰ ਲਈਦੀ ਹੈ। ਪਰ ਮੈਂ ਵੀ ਆਪਣਾ ਜਿੰਨਾ ਮੈਂ ਵੀ ਕੰਮ ਕਰਦਾ, ਮੈਂ ਜਿਹੜਾ ਸੈੱਟ 'ਤੇ ਟਾਈਮ ਹੁੰਦਾ 12 ਘੰਟੇ ਤੋਂ ਮੈਂ ਵੀ ਕੰਮ ਨਹੀਂ ਕਰਦਾ। 12 ਘੰਟੇ ਤੋਂ ਵੀ 13 ਨਾ ਤੇ 14, 12 ਤੋਂ ਪਹਿਲਾਂ ਭਾਵੇਂ ਕਰਦਾ। ਜੇ 9 ਵਜੇ ਮੈਂ ਸੈੱਟ ਦਾ ਕੁਆਂਟਮ ਦਿੱਤਾ ਤਾਂ 9 ਤੋਂ ਪਹਿਲਾਂ ਹੀ ਕਰਦਾ, 8:30 ਕਰਦਾ, 8:45 ਕਰਦਾ। ਕਦੇ ਹੋਇਆ 9:05 ਹੋ ਗਏ, ਅਦਰਵਾਈਜ਼ ਮੈਂ ਕਰਦਾ ਹੀ ਨਹੀਂ। ਅਤੇ ਅਸੀਂ ਜਿੰਨੇ ਦਿਨ ਕੰਮ ਕੀਤਾ, ਆਵਰਸ ਉਨੀ ਕੰਮ ਕੀਤਾ, ਜਿਹੜੇ ਆਵਰਸ ਕੰਮ ਕਰਨਾ ਸੀ। ਉਸ ਤੋਂ ਪਹਿਲਾਂ ਹੁਣ ਇਹਨਾਂ ਦੇ ਵੂਮੈਨਸ ਹੈਗੇ ਲੇਟ, ਸੌਰੀ girls sorry second party ਕੀ ਕਰੀ ਜਾਂਦੇ ਤੁਸੀਂ? ਗਰਲਸ ਦੇ ਮੇਕਅਪ ਨੂੰ ਫਿਰ ਟਾਈਮ ਲੱਗ ਜਾਂਦਾ ਤੁਹਾਨੂੰ ਪਤਾ ਹੈ ਨਾ, ਤੇ ਫਿਰ ਉਹਦੇ ਕਰਕੇ ਜਿਹੜਾ ਟਾਈਮ ਲੱਗਦਾ ਸੀ ਤਾਂ ਉਹ ਲੱਗਦਾ ਸੀ, ਅਦਰਵਾਈਜ਼ ਸਰ ਪਤਾ ਨਹੀਂ ਕਿਉਂ ਉਹਨੂੰ ਲੱਗ ਰਿਹਾ ਨਾ ਅੱਕੇ ਪਏ ਇਹ ਮੇਕਅਪ ਤੋਂ ਨਾ ਸਰ ਹਰ ਗੱਲ ਤੇ ਕਿ ਯਾਰ ਟਾਈਮ ਲੱਗ ਜਾਂਦਾ ਕਿ ਯਾਰ ਇੰਨੀਆਂ ਸੋਹਣੀਆਂ ਲੱਗਦੀਆਂ ਨਜ਼ਰ ਬਿਲਕੁਲ ਸਰ ਹੱਕ ਹੈ ਸਰ, ਤੁਸੀਂ ਕਹੋਗੇ ਸਰ ਹੱਕ ਹੈ ਯਾਰ, ਗਰਲਸ ਦਾ ਹੱਕ ਹੈ ਜੀ, ਸਾਡਾ ਹੱਕ ਹੈ। बिल्कुल। अच्छा, after doing so many movies, all 3,
do you still prefer to watch your shot just after doing the shot at monitor or not? Yes, I won't. ਪਰ ਮੈਂ ਤਾਂ ਸ਼ਾਟ ਆਪ ਹੀ ਨਹੀਂ ਦੇਖਦਾ ਹੁੰਦਾ ਜੀ ਜ਼ਿਆਦਾ। ਤੁਸੀਂ ਓਕੇ ਵੀ ਕਰਦੇ ਵੀ ਨਹੀਂ? ਓਕੇ ਕਰਕੇ ਖਤਮ। ਇਹ ਦੂਰੋਂ ਹੀ ਓਕੇ ਪਤਾ ਕੀ ਸਰ ਹੈ ਸਰ नहीं कितनी बार तो रीटेक ले आपने पहले सीन मेरा ਨਹੀਂ ਹਾਂਜੀ ਮੈਡਮ ਪਹਿਲੇ ਸੀਨ ਜਾਏ ਜਦ ਪਹਿਲੇ ਦਿਨ ਸ਼ੂਟ ਕੀਤਾ ਸ਼ੁਰੂ ਕੁਝ ਵੀ ਸ਼ਾਟ ਨਹੀਂ ਸੀਗਾ ਮੈਡਮ ਆਉਂਦੇ ਆ ਤੇ ਇੱਕ ਕੋਈ ਹਰਿਆਣਵੀ ਤੁਸੀਂ ਦੇਖਿਆ ਹੋਣਾ ਉਹਦੇ ਚ ਟ੍ਰੇਲਰ ਦੇ ਵਿੱਚ ਨਹੀਂ ਉਹ ਤੋਂ ਪਹਿਲਾਂ ਮੈਂ ਇੱਕ ਲਾਈਨ ਕਹਿਣਾ ਚਾਹੁੰਦੀ ਉਸ ਤੋਂ ਬਾਅਦ ਤੁਸੀਂ ਬੋਲੋ ਇਹਨਾਂ ਦੇ ਦਿਮਾਗ 'ਚ ਬੈਠਿਆ ਆਇਆ ਸੀ ਕਿ ਮੈਂ ਉਸ ਰੋਲ 'ਚ ਨਹੀਂ ਸ਼ੂਟ ਕਰਦੀ ਉਸ 'ਚ ਕਰਦੀ ਹਾਂ ਜਦੋਂ ਤੁਹਾਡੇ ਦਿਮਾਗ 'ਚ ਜਦੋਂ ਤੁਹਾਡੇ ਦਿਮਾਗ 'ਚ ਫਿੱਟ ਹੋ ਜਾਏਗੀ ਆਹ ਵਾਲਾ ਰੋਲ ਜਿਹੜਾ ਜ਼ਿਆਦਾ ਉਪਾਸਨਾ ਸਿੰਘ ਠੀਕ ਕਰੂਗੀ ਉਹ ਤੋਂ ਫਿਰ ਕੋਈ ਵੀ ਸ਼ਾਟ ਦੋ ਤਾਂ ਗਲਤ ਲੱਗਣਾ ਹੁਣ ਬੋਲੋ ਨਹੀਂ ਇਹ ਮੈਂ ਤਾਂ ਪੰਜਾਬੀ ਵਧੀਆ ਕਰਾਂਗਾ ਹੁਣ ਬੋਲੋ ਨਹੀਂ ਪਰ ਇਹਨੇ ਮੈਨੂੰ ਤੇ ਕਿਹਾ ਸੀ ਕਿ ਇਹਨੇ ਮੈਡਮ ਨੇ ਬਹੁਤ ਜ਼ਿਆਦਾ ਵਧੀਆ ਕੰਮ ਕਰ ਨਹੀਂ ਉਹ ਤਾਂ ਹੁਣ ਕਹਿ ਰਹੇ ਜਦੋਂ ਪਹਿਲਾ ਸ਼ਾਟ ਮੈਂ ਦਿੱਤਾ ਉਹਦੀ ਹੁਣ ਦੱਸਣਗੇ ਪਹਿਲੇ ਕਿਹਾ ਸੀ ਇਹਨਾਂ ਨੇ ਨਹੀਂ ਐਕਚੁਅਲ ਪਤਾ ਕੀ ਗੱਲ ਹੈ ਸਰ ਦੇਖੋ ਹਰ ਇੱਕ ਨਾ ਚਲੋ ਸੋਚ ਕੇ ਦੱਸਿਓ ਸਰ ਬਹੁਤ ਸੋਚਦਾ ਸਰ ਇੱਕ ਨਾ ਆਪਣੇ ਡਾਇਰੈਕਟਰ ਨੇ ਇੱਕ ਸੋਚਿਆ ਹੁੰਦਾ ਹੈ ਮੇਰਾ ਕਰੈਕਟਰ ਇਦਾਂ ਦਾ ਹੋਊਗਾ ਆਪਾਂ ਸਰ ਕਦੇ ਵੀ ਮੈਂ ਕਹਿੰਦਾ ਐਕਟਰ ਨੂੰ ਇੱਕ ਗੱਲ ਹਮੇਸ਼ਾ ਸਮਝ ਲੈਣੀ ਚਾਹੀਦੀ ਹੈ ਵੀ ਤੂੰ ਬਹੁਤ ਵਧੀਆ ਐਕਟਰ ਹੈ ਤੈਨੂੰ ਇਹ ਕਰੈਕਟਰ ਦਿੱਤਾ ਗਿਆ ਕਿਸੇ ਵੀ ਬੰਦੇ ਨੂੰ ਹੈ ਨਾ ਤੇ ਹੁਣ ਜਦ ਵਾਰੀ ਆਉਂਦੀ ਹੈ ਉਹਦੀ ਕਰੈਕਟਰ ਪੋਰਟਰੇ ਕਰਨ ਦੀ ਉਦੋਂ ਪ੍ਰੋਬਲਮ ਆਉਂਦੀ ਹੈ ਉਹ ਐਜ਼ ਐਨ ਐਕਟਰ ਆਪਣੀ ਲਿਮਿਟੇਸ਼ਨਸ ਵੀ ਬਣਾ ਲੈਂਦਾ ਹੈ ਤੇ ਆਪਣੇ ਨੂੰ ਐਜ਼ ਐਨ ਐਕਟਰ ਸੋਚਦਾ ਵੀ ਮੈਂ ਇਦਾਂ ਦਾ ਹੈਗਾ ਤੇ ਮੈਂ ਇਦਾਂ ਦਾ ਹੀ ਕਰਦਾ ਇਟਸ ਮਾਈ ਸਟਾਈਲ ਹਰੇਕ ਐਕਟਰ ਦੀ ਹੁੰਦਾ ਨਾ ਸਟਾਈਲ ਹੁੰਦਾ ਜਦ ਕਰਦਾ ਹੈ ਪਰ ਜਦ ਆਪਾਂ ਨੂੰ ਕਈ ਵਾਰ ਡਾਇਰੈਕਟਰ ਹੁੰਦਾ ਜਦ ਉਹਨੂੰ ਕਰੈਕਟਰ 'ਚ ਦੇਖਦਾ ਉਹ ਕਹਿੰਦਾ ਮੈਨੂੰ ਸਹੀ ਨਹੀਂ ਲੱਗ ਰਿਹਾ ਯਾਰ ਏਦਾਂ ਕਰਕੇ ਹੁਣ ਮੈਮ ਜਿਹੜੇ ਆਏ ਸੀਗੇ ਤੇ ਮੈਮ ਨੇ ਪਹਿਲੇ ਦਿਨ ਪਹਿਲਾ ਸ਼ਾਟ ਨਾ ਮੇਰੀ ਇਹ ਫਸਟ ਟਾਈਮ ਸੀਗਾ ਮੈਡਮ ਨਾਲ ਕੰਮ ਕਰ ਰਿਹਾ ਸੀ ਹਨਾ ਤੇ ਹੁਣ ਮੈਡਮ ਮੈਂ ਜਦ ਐਕਸ਼ਨ ਕਿਹਾ ਮੈਂ ਕਿਹਾ ਮੈਮ ਤੁਸੀਂ ਇੱਥੋਂ ਆਣਾ ਹੈ ਜੀ ਇੱਥੇ ਆ ਕੇ ਖੜਨਾ ਹੈ ਇੱਥੋਂ ਕੇ ਲੁੱਕ ਦਿੱਤੀ ਸਾਹਮਣੇ ਉਹ ਭਾਈ ਹੈਗੀ ਲੇਡੀ ਤੇ ਮੈਡਮ ਤੁਹਾਡਾ ਅੰਡਾ ਸ਼ਾਟ ਹੀ ਹੈਗਾ ਉੱਤੇ ਉਸ ਤੋਂ ਬਾਅਦ ਮੈਂ ਕੱਟ ਕਰੂੰਗਾ ਫਿਰ ਤੁਹਾਨੂੰ ਉਹਦੇ ਕੋਲ ਐਂਟਰ ਲਵਾਂਗਾ ਠੀਕ ਹੈ ਹੁਣ ਮੈਡਮ ਆਏ ਆਪਣੇ ਉੱਤੇ ਲੁੱਕ ਦਿੱਤੀ ਉਸ ਤੋਂ ਪਹਿਲਾਂ ਮੈਡਮ ਦੱਸਿਆ ਮੈਂ ਕਿਹਾ ਆਪਾਂ ਮੈਡਮ ਇਹੋ ਜਿਹੀ ਸਿਚੁਏਸ਼ਨ 'ਚੋਂ ਆ ਰਹੇ ਤਾਂ ਮੈਡਮ ਆਏ ਤੇ ਮੈਨੂੰ ਲੱਗਿਆ ਵੀ ਮੈਡਮ ਬੜੇ ਕੌਨਫੀਡੈਂਟਲੀ ਤੇ ਇੱਦਾਂ ਆਈ ਜਾ ਰਹੇ ਹਨਾ ਵੀ ਮੈਂ ਕਿਹਾ ਮੈਡਮ ਤਾਂ ਡਿਪਰੈਸ ਹੋਣੇ ਚਾਹੀਦੇ ਇੱਦਾਂ ਹੋਣਾ ਚਾਹੀਦਾ ਹਨਾ ਤੇ ਮੈਂ ਕਿਹਾ ਇਹਨਾਂ ਨੂੰ ਮੈਮ ਕਿਹਾ ਮੈਮ ਥੋੜਾ ਜਿਹਾ ਆਪਾਂ ਇੱਦਾਂ ਕਰ ਲਈਏ ਇੱਦਾਂ ਕਰ ਲਈਏ 2-3 ਟੇਕ ਲਏ ਕਹਿੰਦੇ ਨਹੀਂ ਪ੍ਰਵੀਨ ਠੀਕ ਹੈਗਾ ਤੈਨੂੰ ਲੱਗ ਰਿਹਾ ਇੱਦਾਂ ਹੀ ਮੈਂ ਕਿਹਾ ਚਲੋ ਨਹੀਂ ਪਰ ਜਿੱਦਾਂ ਤੁਸੀਂ ਕਿਹਾ ਮੈਂ ਨਹੀਂ ਪਰ ਮੈਂ ਗੱਲ ਦੱਸਾਂ ਮੈਂ ਪੂਰਾ ਕਰਿਓ ਮੈਡਮ ਪੂਰਾ ਧਮਕਾ ਨਹੀਂ ਮੈਡਮ ਨੇ ਫਿਰ ਮੈਨੂੰ ਜਿਵੇਂ ਕਿਹਾ ਮੈਂ ਮੈਡਮ ਨੂੰ ਦੱਸਿਆ ਮੈਂ ਕਿ ਮੈਡਮ ਨੂੰ ਇੱਦਾਂ ਦਾ ਕਹਿੰਦੇ ਠੀਕ ਹੈ ਫਿਰ ਮੈਡਮ ਨੇ ਕੀਤਾ ਜਿਵੇਂ ਇੱਕ ਸੁਰ ਹੁੰਦਾ ਹੈ ਨਾ ਐਕਟਰ ਨੂੰ ਕਰੈਕਟਰ ਦਾ ਸੁਰ ਦੇਣਾ ਹੁੰਦਾ ਜੀ ਜਦੋਂ ਐਕਟਰ ਕੋਲੋਂ ਸੁਰ ਆ ਜਾਂਦਾ ਹੈ ਫਿਰ ਤਾਂ ਲੋੜ ਹੀ ਨਹੀਂ ਪੈਂਦੀ ਇਹਨੂੰ ਦੱਸਣ ਦੀ ਸਰ ਮੈਂ ਇਹਦੀ ਫੋਰ ਐਗਜ਼ਾਮਪਲ ਦਿੰਦਾ ਮੈਂ ਸਰ ਨੀਮਾ ਸਾਸਕੋਟ ਦੀ ਮੂਵੀ ਕੀਤੀ ਸਿਰਫ ਅਨੀਤਾ ਦੇਵਗਨ ਦਾ ਇੱਕ ਸ਼ਾਟ ਸੀ ਮੈਡਮ ਦਾ ਉਹਨਾਂ ਨੇ ਆਏ ਆ ਤੇ ਐਂ ਕਰਕੇ ਭਾਂਡੇ ਸੁੱਟੇ ਤੇ ਕਹਿੰਦੀ ਇਹ ਵੀ ਮਾਂਜ ਦੇ ਉਦੋਂ ਮਾਂਜੇਗੀ ਜਦ ਤੇਰੇ ਸਹੁਰੇ ਲਈ ਕੜਾਹੀ 'ਚ ਚਾਹ ਧਰਨੀ ਪੈ ਗਈ ਕੜਾਹੀ ਦੇ ਵਿੱਚ ਯਾਨੀ ਕਿ ਚਾਹ ਧਰਨੀ ਪੈ ਗਈ ਉਹ ਮੈਂ ਉਹਨਾਂ ਨੇ ਮੈਨੂੰ ਯਾਦ ਹੈ ਮੈਂ 11 ਰੀਟੇਕ ਹੋਈ ਸਿਰਫ ਸਿੰਗਲ ਸ਼ਾਟ ਸੀਗਾ ਜੀ ਉਹਨਾਂ ਨੇ ਆ ਕੇ ਭਾਂਡੇ ਸੁੱਟਣੇ ਸੀ ਤੇ ਉਹ ਹਨਾ ਤੇ ਮੈਂ ਕਿਹਾ ਮੈਡਮ ਇੱਦਾਂ ਨਹੀਂ ਇੱਦਾਂ ਕਰਕੇ ਫਿਰ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਮੈਂ ਕਿਹਾ ਕਹਿੰਦੇ ਮੈਂ ਨਾ ਵੀ ਜਿਵੇਂ ਪ੍ਰਵੀਨ ਤੈਨੂੰ ਚਾਹੀਦਾ ਹੈ ਤੂੰ ਮੈਨੂੰ ਉੱਦਾਂ ਦੱਸ ਦੇ ਕੋਈ ਚੱਕਰ ਹੀ ਨਹੀਂ ਹੈਗਾ ਭਾਵੇਂ ਤੂੰ ਜਿੰਨੇ ਮਰਜ਼ੀ ਟੇਕ ਲੈ ਲਾ ਵੀ ਉਹਨਾਂ ਨੇ ਮੈਨੂੰ ਗੱਲ ਕਹੀ ਸੀ ਕਹਿੰਦੇ ਐਕਟਰ ਤਾਂ ਇੱਕ ਗਿੱਲੀ ਮਿੱਟੀ ਹੁੰਦਾ ਜਿਵੇਂ ਡਾਇਰੈਕਟਰ ਨੂੰ ਢਾਲਦਾ ਉਦੋਂ ਢਲ ਜਾਂਦਾ ਤੇ ਮੈਂ ਉਹਨਾਂ ਨੂੰ ਸਮਝਾਇਆ ਸੀ ਮੈਂ ਕਿਹਾ ਮੈਡਮ ਤੁਸੀਂ ਮੇਰੀ ਫਿਲਮ ਦੇ ਹੀਰੋਇਨ ਹੋ ਹੀਰੋ ਸਾਰਾ ਕੁਝ ਤੁਸੀਂ ਹੋ ਜੇ ਤੁਸੀਂ ਸਹੀ ਆ ਗਏ ਤਾਂ ਫਿਲਮ ਸਹੀ ਕਹਾਣੀ ਕਹਿ ਸਕੂੰਗਾ ਅਦਰਵਾਈਜ਼ ਮੈਂ ਕਹਾਣੀ ਕਹਿ ਨਹੀਂ ਪਾਣੀ ਮੈਨੂੰ ਯਾਦ ਹੈ 11ਵਾਂ ਟੇਕ ਵੀ ਮੈਨੂੰ ਓਕੇ ਨਹੀਂ ਲੱਗਿਆ ਸੀ 9th ਟੇਕ ਸੀਗਾ ਮੈਨੂੰ ਯਾਦ ਹੈ ਉਹ ਥੋੜਾ ਜਿਹਾ ਮੈਨੂੰ ਐ ਲੱਗਿਆ ਸੀ ਵੀ ਹੋ ਜਾਊਗਾ ਸਹੀ ਡਬਿੰਗ ਦੇ ਵਿੱਚ ਵੀ ਹੋ ਸਕਦਾ ਹੈ ਮੈਂ ਯਾਦ ਹੈ ਐਡੀਟਰ ਨੇ ਜਦ ਟੇਕ ਲਾਇਆ ਹੁਣ ਐਡੀਟਰ ਵੀ ਕੀ ਕਰਦੇ ਲਾਸਟ ਟੇਕ ਚੱਕ ਕੇ ਲਾ ਦਿੰਦੇ ਉਹਨੇ 11ਵਾਂ ਟੇਕ ਲਾਤਾ ਮੈਂ ਕਿਹਾ ਕਾਕਾ 11ਵਾਂ ਟੇਕ ਲਾਇਆ ਕਹਿੰਦਾ ਹਾਂਜੀ ਮੈਂ ਕਿਹਾ 9ਵਾਂ ਲਾ ਨਹੀਂ ਪਰ ਅਸੀਂ ਬਹੁਤ ਵਧੀਆ ਪ੍ਰਵੀਨ ਜੀ ਨਾਲ ਕੰਮ ਕੀਤਾ ਕਿਉਂਕਿ ਐਜ਼ ਅ ਡਾਇਰੈਕਟਰ ਉਹਨਾਂ ਨੂੰ ਪਤਾ ਹੈ ਕਹਾਣੀ ਕੀ ਹੈ ਉਹਨਾਂ ਨੇ ਹਰ ਕੈਰੈਕਟਰ ਨੂੰ ਸੋਚਿਆ ਹੁੰਦਾ ਹੈ ਕਿੰਨੀ ਵਾਰ ਸੋਚਿਆ ਹੁੰਦਾ ਹੈ ਇਹ ਬਿਲਕੁਲ ਸਹੀ ਕਹਿ ਰਹੇ ਕਿ ਇੱਕ ਐਕਟਰ ਉਹਨੂੰ ਆਪਣੇ ਤਰੀਕੇ ਨਾਲ ਦੇਖਦਾ ਹੈ ਪਰ ਇੱਕ ਡਾਇਰੈਕਟਰ ਉਹਨੂੰ ਡਿਫਰੈਂਟ ਤਰੀਕੇ ਨਾਲ ਦੇਖਦਾ ਹੈ ਨਾ ਤੇ ਉਹਨਾਂ ਨੇ ਮੈਂ ਡਬਿੰਗ ਵੀ ਕੀਤੀ ਤੇ ਮਤਲਬ ਮੈਂ ਇਹਨਾਂ ਨੂੰ ਇਹ ਕੰਪਲੀਮੈਂਟ ਵੀ ਦਿੱਤਾ ਕਿ ਕੋਈ ਵੀ ਡਾਇਰੈਕਟਰ ਜਿਹੜਾ ਡਬਿੰਗ 'ਚ ਨਹੀਂ ਬੈਠਦੇ ਜ਼ਿਆਦਾ ਕਰਕੇ ਉਹ ਕਹਿੰਦੇ ਕਿ ਤੁਸੀਂ ਕਰ ਹੀ ਲੈਣਾ ਪਰ ਇਹ ਜੇ ਕਿਤੇ ਵੀ ਥੋੜਾ ਜਿਹਾ ਵੀ ਸੁਰ ਉੱਪਰ ਨੀਚੇ ਹੁੰਦਾ ਹੈ
ਇੰਨਾ ਕੁ ਵਧੀਆ ਮਤਲਬ ਪ੍ਰਵੀਨ ਜੀ ਦੱਸਦੇ ਕਿ ਨਹੀਂ ਇਹ ਥੋੜਾ ਜਿਹਾ ਤੁਸੀਂ ਇਦਾਂ ਕਰ ਲਓ, ਥੋੜਾ ਇਹਨੂੰ ਆਵਾਜ਼ ਨੀਚੀ ਕਰ ਲਓ, ਇਹਨੂੰ ਵਿਸਪਰ ਚ ਕਰ ਲਓ, ਇਹਨੂੰ ਇਦਾਂ ਮਤਲਬ ਮੈਂ ਹਮੇਸ਼ਾ ਚਾਹਿਆ ਕਿ ਪ੍ਰਵੀਨ ਜੀ ਮੇਰੀ ਇਸ ਡਬਿੰਗ ਚ ਬੈਠਣ ਔਰ ਇੰਨੀ ਕੁ ਅੱਛੀ ਇਹਨਾਂ ਨੇ ਮਤਲਬ ਡਬਿੰਗ ਕਰਾਈ ਹੈ ਕਿ ਉਹ ਕੈਰੈਕਟਰ ਉੱਠ ਜਾਂਦਾ ਹੈ ਜਦੋਂ ਡਬਿੰਗ ਤੁਸੀਂ ਕਰਦੇ ਹੋ ਤਾਂ ਉਹ ਨਾਲ ਕੈਰੈਕਟਰ ਹੋਰ ਬੈਟਰ ਹੁੰਦਾ ਤੇ ਮੈਂ ਬਹੁਤ ਸੱਚੀ ਥੈਂਕ ਯੂ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਸਰ ਮੈਂ ਕਹਿੰਦਾ ਫਿਲਮ ਇਜ਼ ਦਾ ਗੇਮ ਆਫ ਪਰਫਾਰਮੈਂਸ ਇੱਕ ਸਰ ਮੈਂ ਨਾ ਜਿਹੜੇ ਟੀਚਰਸ ਕੋਲ ਮੈਂ ਐਜ਼ ਐਨ ਮੈਂ ਥੀਏਟਰ ਦੀ ਆਪ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਇੱਕ ਉਹਨਾਂ ਨੇ 2 ਲਾਈਨਾਂ ਮੈਨੂੰ ਅੱਜ ਤੱਕ ਕਦੇ ਨਹੀਂ ਭੁੱਲਦੀਆਂ ਉਹਨਾਂ ਦੀਆਂ ਮੈਂ ਐਕਟਰ ਨੂੰ ਕਹਿੰਦਾ ਹੁੰਦਾ ਵੀ ਇਹ ਐਕਟਰ ਨੂੰ ਇਹ ਲਾਈਨ ਯਾਦ ਰੱਖਣੀ ਚਾਹੀਦੀ ਹੈ ਟਾਈਮਿੰਗ ਇਜ਼ ਐਨ ਐਕਟਿੰਗ ਇੱਕ ਰਿਐਕਟਿੰਗ ਇਜ਼ ਐਨ ਐਕਟਿੰਗ ਹੈ ਨਾ ਜਦ ਤੁਸੀਂ ਗੱਲ ਕਰਦੇ ਹੋ ਤਾਂ ਮੇਰਾ ਉਹਦੇ ਰਿਐਕਸ਼ਨ ਕੀ ਹੋਣਾ ਚਾਹੀਦਾ ਤੁਹਾਡੀ ਮੈਂ ਗੱਲ ਸੁਣਨੀ ਚਾਹੀਦੀ ਹੈ ਮੈਨੂੰ ਤੁਹਾਡਾ ਡਾਇਲੋਗ ਨਹੀਂ ਆਪਾਂ ਕੀ ਕਰਦੇ ਐਕਟਰ ਕਿਊ ਦੀ ਵੇਟ ਕਰਦਾ ਤੁਸੀਂ ਸੁਣਿਆ ਹੁਣ ਕਿਊ ਦੇਈ ਮੈਨੂੰ ਕਿਊ ਦੇਈ ਫਟਾਫਟ ਉਹ ਕਿਉਂ ਸੁਣਦਾ ਹੈ ਤੂੰ ਉਹਦੀ ਲਾਈਨ ਸੁਣਨਾ ਉਹ ਤੈਨੂੰ ਐਕਸਪ੍ਰੈਸ਼ਨ ਵੀ ਦਊਗਾ ਤੇ ਆਪਣੇ ਉਹਦਾ ਜਵਾਬ ਦੇਂਗਾ ਤੂੰ ਉਹ ਐਕਟਿੰਗ ਹੈ ਇੱਕ ਉਹ ਟਾਈਮਿੰਗ ਇਜ਼ ਐਕਟਿੰਗ ਜਿਹੜੀ ਇੱਕ ਲਾਈਨ ਹੈ ਉਹ ਇੱਕ ਟਾਈਮਿੰਗ ਦੱਸਦੀ ਹੈ ਵੀ ਮੈਨੂੰ ਕਿੱਦਾਂ ਬੋਲੋ ਜਿਹੜਾ ਐਕਟਰ ਉਸ ਲਾਈਨ ਨੂੰ ਉਸ ਟਾਈਮਿੰਗ ਦੇ ਨਾਲ ਥਰੋ ਕਰ ਗਿਆ ਉਹਨੂੰ ਕਹਿੰਦੇ ਹੀ ਇਜ਼ ਅ ਬੈਸਟ ਐਕਟਰ ਜਾਂ ਵਧੀਆ ਐਕਟਰ ਜਾਂ ਕਿਆ ਬੋਲੀ ਹੈ ਲਾਈਨ ਇਹ 2 ਲਾਈਨਾਂ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਜਿਹੜੀ ਫਿਲਮ ਦੀ ਪਰਫਾਰਮੈਂਸ ਹੈ ਮੈਂ ਬਾਕੀ ਸਰ ਸ਼ਾਰਟ ਕੋਈ ਘੱਟ ਵੱਧ ਹੋਇਆ ਵੀ ਨਾ ਹੋਵੇ ਸ਼ਾਰਟ ਪਰ ਪਰਫਾਰਮੈਂਸ ਪ੍ਰੋਪਰ ਆ ਜਾਵੇ ਤਾਂ ਤੁਸੀਂ ਕਹਾਣੀ ਕਹਿਣ ਲਈ ਬਹੁਤ ਜ਼ਿਆਦਾ ਮਤਲਬ ਵਧੀਆ ਤਰੀਕੇ ਨਾਲ ਲੋਕਾਂ ਨੂੰ ਕਹਾਣੀ ਸਮਝਾ ਸਕਦੇ ਹੋ ਡਾਇਰੈਕਟਰ ਕੀ ਹੁੰਦਾ ਡਾਇਰੈਕਟਰ ਨੇ ਤਾਂ ਇੱਕ ਸਟੋਰੀ ਰਾਈਟਰ ਨੇ ਦੇਤੀ ਕਿ ਉਹ ਜਿਹੜੀ ਸਟੋਰੀ ਹੈ ਐਕਟਰਾਂ ਦੇ ਥਰੂ ਤੁਸੀਂ ਆਡੀਅנס ਤੱਕ ਪਹੁੰਚਾ ਸਕਦੇ ਹੋ ਕਿ ਨਹੀਂ ਸਕਦੇ ਜਿਹੜਾ ਡਾਇਰੈਕਟਰ ਉਹ ਪਹੁੰਚਾ ਸਕਦਾ ਹੈ ਉਹ ਯਾਨੀ ਕਿ ਸਕਸੈਸ ਰਹਿ ਜਾਂਦਾ ਹੈ ਨਹੀਂ ਕੋਈ ਮਤਲਬ ਅੱਗੇ ਪਿੱਛੇ ਰਹਿ ਜਾਂਦੀ ਹੈ ਗੱਲ ਤੇ ਇਸ ਕਰਕੇ ਮੈਂ ਤਾਂ ਸਾਰੇ ਮੇਰੀ ਜਿਹੜਾ ਜ਼ੋਰ ਹੁੰਦਾ ਮੈਮ ਜਿਵੇਂ ਕਹਿ ਰਹੇ ਸੀ ਡਬਿੰਗ ਤੇ ਮੇਰਾ ਸਭ ਤੋਂ ਜ਼ਿਆਦਾ ਜ਼ੋਰ ਲੱਗਿਆ ਹੁੰਦਾ ਪਰਫਾਰਮੈਂਸ ਤੇ ਮੈਨੂੰ ਜੇ ਲੱਗਦਾ ਸ਼ਾਰਟ ਦੇ ਵਿੱਚ ਹਲਕਾ ਜਿਹਾ ਕੋਈ ਫੋਕਸ ਵੀ ਹਲਕਾ ਜਿਹਾ ਕਿਤੇ ਸੌਫਟ ਹੋ ਗਿਆ ਚੱਲਿਆ ਮੈਂ ਕਿਹਾ ਪਰ ਇਹ ਪਰਫਾਰਮ ਇੰਨਾ ਸੋਹਣਾ ਹੋਇਆ ਮੈਂ ਕਿਹਾ ਫੋਕਸ ਦਾ ਪਤਾ ਵੀ ਨਹੀਂ ਲੱਗਣਾ ਹਲਕਾ ਜਿਹਾ ਐਕਟਰ ਕਿਉਂਕਿ ਆਡੀਅנס ਨੇ ਪਰਫਾਰਮੈਂਸ ਦੇਖਣੀ ਹੈ ਜੇ ਕਿਤੇ ਪਰਫਾਰਮੈਂਸ ਵਹੀ ਸੁਣ ਆਪਾਂ ਐਂ ਲੱਗਦਾ ਜਿੰਨਾ ਨੈਚੁਰਲ ਸ਼ਾਟ ਆ ਜਾਏ ਜਿੰਨਾ ਵਧੀਆ ਆ ਜਾਵੇ ਆਰਟਿਸਟ ਜਿੰਨਾ ਵਧੀਆ ਪਰਫਾਰਮ ਕਰ ਜਾਵੇ ਤੇ ਉਹ ਮਤਲਬ ਮੈਨੂੰ ਲੱਗਦਾ ਹੁੰਦਾ ਵੀ ਬੈਸਟ ਹੈਗਾ ਮੈਂ ਇਸ ਕਰਕੇ ਮੇਰਾ ਤਾਂ ਉਸ ਤੇ ਜ਼ੋਰ ਲੱਗਿਆ ਹੁੰਦਾ ਨਹੀਂ ਜ਼ਿਆਦਾ ਤਾਂ ਕਰਕੇ ਐਕਟਰ ਨੂੰ ਕਹੀਦਾ ਬਾਰ-ਬਾਰ ਇੱਦਾਂ ਕਰਦੇ ਡੱਬ 'ਚ ਇੱਦਾਂ ਕਰਦੇ ਜਾਂ ਡਾਇਲੌਗ ਨੂੰ ਇੱਦਾਂ ਬੋਲਦੇ ਜਾਂ ਇਹ ਕਰ ਲਾ ਤੇ ਉੱਥੇ ਤੇ ਇੱਥੇ ਸਰ ਉਹ ਮੈਚ ਕਰਕੇ ਅੱਛਾ ਹੁਣ ਜਿਹੜੀ ਐਕਟਿੰਗ ਹੈਗੀ ਹੈ ਆਪਾਂ ਜਦ ਕਰਦੇ ਹਾਂ ਥੋੜਾ ਜਿਹਾ ਆਪਾਂ ਇਹ ਵੀ ਦੇਖ ਲੈਂਦੇ ਹਾਂ ਵੀ ਮੈਂ ਕਈ ਵਾਰੀ ਦੇਖ ਲੈਂਦਾ ਵੀ ਚੱਲ ਇਹ ਸ਼ਾਰਟ ਓਕੇ ਹੋ ਗਿਆ ਤੇ ਉਹ ਕਹਿੰਦੇ ਲਾਈਨ ਤਾਂ ਸਹੀ ਆਈ ਨਹੀਂ ਮੈਨੂੰ ਕਈ ਵਾਰੀ ਕਿਸੇ ਨੇ ਕਿਹਾ ਕਹਿੰਦੇ ਨਹੀਂ ਮੇਰੀ ਲਾਈਨ ਨਹੀਂ ਸਹੀ ਆਈ ਮੈਂ ਕਿਹਾ ਨਹੀਂ ਠੀਕ ਹੋ ਗਿਆ ਕਿਉਂਕਿ ਉਹ ਮੈਂ ਸੋਚ ਲੈਣਾ ਡਬਿੰਗ ਦੇ ਵਿੱਚ ਇਹਨੂੰ ਇੱਦਾਂ ਕਰਾਉਂਦੇ ਤਾਂ ਐਕਸਪ੍ਰੈਸ਼ਨ ਬੜਾ ਪਿਆਰਾ ਹੈ ਇਮੋਸ਼ਨ ਕਨਵੇ ਕਰਨਾ ਹਾਂ ਬਸ ਹਾਂਜੀ and Kulraj your take on yeah do you watch monitor after your shot sometimes I do because I feel कि कभी-कभी आप over analyze कर लेते हैं अपनी चीज़ को अब ओवर एनालाइज जब कर लेते हो तो दिमाग में कोई चीज़ कीड़ा बैठ जाता है स्पेशली फॉर एन एक्टर आई थिंक इट जस्ट गेट्स स्टक इन योर हेड इफ समथिंग इज नॉट राइट एंड किसी ने मुझे बहुत देर पहले बोला था एक हमारे टीचर थे एक्टिंग में उन्होंने बोला था कि एक्टर्स आर लाइक फ्लावर्स दे आर वेरी सेंसिटिव कि आप उनको थोड़ा भी कुछ इधर उधर लेफ्ट राइट कर दो ना उनके दिमाग में वो ऐसे ही चल जाएगा और वो नॉट इन अ बैड वे बट दे आर वेरी सेंसिटिव बिकॉज इफ दे आर नॉट सेंसिटिव दे विल नॉट बी एबल टू sensitize the performances as well. So you have to be, all the directors have to be very very careful कि अपने actors को कि कैसे संभाल कर वो करें. तो कई बार क्या होता है कोई छोटी सी चीज़ मतलब आप स्क्रीन पे अगर आप देख लेते it's a good trick to see it technically only but not many actors can you know dissociate themselves when they are seeing the screen back. कि वो एज एन अपने आप को एज एन एक्टर देख रहे हैं टेक्निकली कि हाँ ये हेयर ठीक लग रहा है मेकअप ये वो XYZ बट अदर देन दैट कि अगर कुछ चीज़ खटक रही है आपके दिमाग में समटाइम्स इट गेट्स सो स्टक कि आप वो परफॉर्मेंस करते करते आपको कुछ ना कुछ वो लग रहा होगा कि अरे यार ये तो ठीक नहीं है एंड दैट बिकम्स वेरी यू बिकम कॉन्शियस अबाउट द फैक्टर यू नो सो इट्स अगेन इट्स अ आई थिंक इट्स अ ट्रिक विच ऑल द एक्टर्स लर्न विद टाइम कि कैसे डिस्कनेक्ट करना है ऐसी बहुत चीज़ हो जाती है लाइफ में जैसे इनके साथ इतना बड़ा एक इंसिडेंट हो गया बट टू गो थ्रू समथिंग लाइक दैट और उसके बावजूद आप नाच गाने का परफॉर्मेंस कर रहे हैं इट्स ये एक्टर की ये एबिलिटी होती है ऑन ऑफ करना और ये बहुत आसान भी नहीं होता है पर अगेन आई थिंक एक्सपीरियंस के साथ
धीरे धीरे आता है। नहीं और सिचुएशन भी ऐसी है ना उस टाइम ਦੇ ਉੱਪਰ ਬੜੀ ਜ਼ਰੂਰਤ ਹੁੰਦੀ ਤੁਹਾਨੂੰ ਕਿਉਂਕਿ ਬਹੁਤ ਵੱਡਾ ਜਿਗਰਾ ਚਾਹੀਦਾ, ਪੱਥਰ ਰੱਖਣਾ ਪੈਂਦਾ ਆਪਣੇ ਦਿਲ ਤੇ। ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਮੈਨੂੰ ਇਦਾਂ ਲੱਗਾ ਕਿ ਵਾਕਈ ਮੇਰੀਆਂ ਭੈਣਾਂ ਆ ਹਨਾ, ਮੇਰੇ ਤੋਂ ਜ਼ਿਆਦਾ ਸ਼ਾਇਦ ਇਹੀ ਰੋਈਆਂ ਹੋਣੀਆਂ। ਮੈਨੂੰ ਤਾਂ ਚਲੋ ਰੋਣਾ ਆਉਣਾ ਹੀ ਸੀਗਾ, ਪਰ ਆਪਾਂ ਸਾਰੇ ਜਦੋਂ ਪਰਫਾਰਮ ਵੀ ਕਰ ਰਹੀਆਂ ਸੀ ਤੇ ਇਹ ਸਾਰੀਆਂ ਰੋ ਰਹੀਆਂ ਸੀ, ਮੈਡਮ ਬੜਾ ਰੋ ਰਹੇ ਸੀ ਔਰ ਇਹ ਤੇ ਵਿਚਾਰਾ ਮੈਨੂੰ ਬੁਲਾ ਹੀ ਨਹੀਂ ਰਿਹਾ। ਇਹ ਤੇ ਹੀ ਕਿ ਵਿਚਾਰੀ ਮੈਨੂੰ ਕੀ ਕਵਾਂ ਹਨਾ। ਮੈਡਮ ਨੇ ਵੀ ਆਪਣਾ ਦੱਸਿਆ ਕਿ ਮੇਰੇ ਮਦਰ ਵੀ ਜਦੋਂ ਗਏ ਸੀ ਮੈਂ ਵੀ ਉਹਨਾਂ ਕੋਲ ਨਹੀਂ ਸੀ, ਸ਼ੀਬਾ ਨੇ ਵੀ ਦੱਸਿਆ, ਸਾਰਿਆਂ ਨੇ ਮਿਲ ਕੇ ਮੈਨੂੰ ਬੜਾ ਸੰਭਾਲਿਆ। ਮਤਲਬ ਇਹਨਾਂ ਕਰਕੇ ਇਹ ਹੁੰਦਾ ਕਿ ਥੋੜਾ ਉਹ ਦੁੱਖ ਹੌਸਲਾ ਆ ਗਿਆ। ਜੀ नहीं और बहुत सारिया सिचुएशंस ਹੁੰਦੀਆਂ ਨਾ, ਜਿੱਦਾਂ ਕਿ ਹੁਣ ਪ੍ਰੋਡਿਊਸਰ ਦੇ ਪੈਸੇ ਇੰਨੇ ਇਨਵੋਲਵ ਹੈ, ਇੱਕ ਲਿਮਿਟਡ ਬਜਟ 'ਚ ਫਿਲਮ ਬਣਾਉਣੀ ਹੈ, ਇੰਨਾ ਸਾਰਾ ਤੁਸੀਂ ਲੰਡਨ ਗਏ ਹੋਏ ਹੈ ਸ਼ੂਟ ਕਰਨ ਲਈ, ਤਾਂ ਉਹ ਤੁਸੀਂ ਐਸਾ ਰੋਲ ਕਰ ਰਹੇ ਹੋ ਜਿਹਦੇ ਬਗੈਰ ਕੰਮ ਨਹੀਂ ਚੱਲ ਸਕਦਾ, ਮਤਲਬ ਸ਼ੂਟਿੰਗ ਰੁਕ ਜਾਏਗੀ, ਤਾਂ ਫਿਰ ਇਨਸਾਨ ਨੂੰ ਲੱਗਦਾ ਕਿ ਮੈਂ ਮਤਲਬ ਮੇਰੇ ਕਰਕੇ ਇਹ ਸਾਰਾ ਕੁਝ ਖਤਮ ਹੋ ਜਾਏਗਾ ਨਾ। ਬਹੁਤ ਸਾਰੀਆਂ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ ਐਕਟਰ ਤੇ ਡਾਇਰੈਕਟਰ ਸਾਰੇ ਲੋਕਾਂ ਤੇ, ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ। ਸ਼੍ਰੀਦੇਵੀ ਜੀ ਦੀ ਵੀ ਮਦਦ ਦੇ ਜਦੋਂ ਲੰਮੇ ਕਰ ਰਹੇ ਸੀ, ਉਹਨਾਂ ਦੀ ਡੈਥ ਹੋਈ ਤਾਂ ਉਹ ਮਤਲਬ ਉਹ ਕਹਿੰਦੇ ਨਾ ਕਿ ਸਾਰਾ ਟਾਈਮ ਆਈਸ ਲਗਾਉਂਦੇ ਸੀ ਔਰ ਉਸ ਤੋਂ ਬਾਅਦ ਉਹ ਸ਼ੂਟ ਕਰਦੇ ਸੀ। ਮੇਰੀ ਮਦਦ ਦੀ ਹੋਈ, ਮੇਰੇ 7 ਸੀਰੀਅਲ ਔਨ 에ਅਰ ਸੀਗੇ। ਜਦੋਂ ਉਹਨਾਂ ਨੇ ਮੇਰੇ 2-3 ਦਿਨ ਹੋਏ ਸਾਰੇ ਮੈਨੂੰ ਫੋਨ ਆਣੇ ਸ਼ੁਰੂ ਹੋ ਗਏ, ਸਾਡਾ ਆਫ 에ਅਰ 'ਚ ਚਲਾ ਜਾਏਗਾ, ਸਾਡਾ ਕਿੱਦਾਂ ਹੋਏਗਾ ਇਹ ਉਹ। और मैंने याद है कि मैं जो फर्स्ट सीन मम्मी दे जान तो बाद किया, मैं बचपन तो काम करती है, मैं 6-7 साल की सी जो मैं काम करती सी, तब मेरा हसन दा सीन और मैं मतलब मैनू हसना ही नहीं आ रहा, मैं हसा मैनू खंघ आई जाए, मैं जिद्दां ही हसन की कोशिश करा मैंने खांसी। वो सारे लोग मैनू देख रहे जेड़ा इंसान ली मतलब किन्ने किन्ने वड्डे डायलॉग्स, और मैं दूसरिया लैंग्वेज के भी डायलॉग्स नहीं भूलती जो मैं बोलती हूँ, तो ये मतलब मेरे लिए बहुत ईजी चीज़ जी इन्नी डिफिकल्ट हो गई। तो मैं वो पहली बार सोचा कि एक्टिंग कितनी मुश्किल चीज़ है। मतलब उस टाइम में जो मैं बैठती सी मैंने लगा से मैं एक लाइन मैं जा रही हूँ, मैं जा रही हूँ, वो एक लाइन याद करने में 10 मिनट मतलब मैंने इदा हो गया सी कि मैनू लगा कि एक्टिंग बड़ी मुश्किल चीज़ है। तो जो तुसी उस सिचुएशन चो गुजर रहे हो और तुहाडे ते इन्नियां रिस्पॉन्सिबिलिटीज होण, इन्ना सारा पैसा प्रोड्यूसर दा इन्वॉल्वड है, इन्ने सारे शो फिर तुहानू करना पैंदा है। पर उस टाइम मतलब मैं समझ सकदी सी, सारे समझ सकदे सी कि केड़ी सिचुएशन च और किदां डांस सीक्वेंस और पूरी लाफ्टर दे नाल और पूरी एनर्जी दे नाल तुसी डांस करना, ये भी नहीं कि कोई इमोशनल सीन चल रहा या किदा नहीं, तो मतलब ਅਸੀਂ समझ सकते हैं कि वो कितनी पेन चो गुजर रही। But as someone great said, show must go on. Right. अच्छा कुलराज, इस मूवी से तो नहीं लेकिन बहुत सारी पंजाबी मूवीज जो रिसेंटली आ रही है, इस साल आई है, पिछले साल भी आई, उसमें ना कमेंट सेक्शन जब मैं खोलता हूँ तो एक शिकायत कॉन्स्टेंटली मिलती है पंजाबी ऑडियंस की, एक्टर्स रिपीट हो रहे हैं, वही दादा है, वही मम्मी है, वही चाचा ताया, इवन जो लीड है वो भी वही आ रहे हैं, सेम बस कपल्स आपस में जाते हैं लेकिन रिपीट हो रहे हैं। As a Punjabi audience, not as an actress, as a Punjabi audience, क्या ये आपकी शिकायत है? बिल्कुल है, because I feel कि इतना टैलेंट है भरा हुआ, कूट के भरा हुआ है पंजाब में टैलेंट। आप चाहे सिंगिंग में ले लीजिए या एक्टिंग में ले लीजिए या आर्ट फॉर्म में ले लीजिए, कूट के भरा है। पर हमारी एक वो स्ट्रैटेजी बना दी गई है कि नहीं, वो जिसका मतलब फ़ैन फॉलोइंग इतनी है उन्हीं को हम लेंगे, उन्हीं को हम लेंगे। मैं कह रही हूँ कि नए टैलेंट को आप दीजिए ब्रेक, आप उनको, हम भी तो कभी नए थे, हम पे भी किसी ने रिस्क लगाया था कि चलो ट्राई करो कि, बट आप नेट तो समझ में आ जाता है ना कि वो इंसान का आप स्क्रीन टेस्ट भी लेंगे, आप उसको कुछ सीन्स करवाएंगे या डायरेक्टर बैठ के टीम बैठ के डिसाइड करेगी, क्रिएटिव टीम की हाँ इस इंसान में इतनी कैपेबिलिटी है कि ये स्क्रीन प्रेजेंस है या नहीं है, तो वहाँ से थोड़ा बहुत पता चलता है कि आप ये चीज़ किरदार कर सकते हैं या नहीं। पर लेकिन वो तो फिर थोड़ा सा, मैं कहती हूँ कि पूरी इंडस्ट्री को इकट्ठे मिलकर ये एक वो बनानी चाहिए। मैं तो इनफैक्ट किसी को बोल रही थी कि एक पंजाब में हमारा कोई सेंट्रल ऐसा कोई पोर्टल ही नहीं है जहाँ पर कोई अपना स्क्रीन टेस्ट दे दे या अपना कोई शो रील भेज दे, कि अगर कोई किसी को मतलब एक जनरली पूल जो होता है, हम कहते हैं टैलेंट पूल, कि कहाँ से ढूंढेंगे, अगर किसी को टैलेंट ढूंढना भी है तो आप कहाँ से ढूंढोगे, अगर किसी कोई भी प्रोड्यूस कर रहे हैं, डायरेक्ट कर रहे हैं, तो अगर उनको ढूंढना भी है नए एक्टर्स, तो यही होता है कि अरे जल्दी करो, किससे पूछो, कौन अवेलेबल है, फटाफट मेहनत हमें करनी पड़ेगी, थोड़ा मेहनत टाइम लगता है, बट आजकल वो सब कह रहे हैं फास्ट फूड का ज़माना है, बनी बनाई चीज़ फटाफट ले लो। नहीं, और बहुत बार कुलराज, मैंने जैसे तुमने भी देखा होगा बहुत फिल्मों में, मतलब सेम गेटअप हर फिल्म में, सेम कैरेक्टर्स का
उतनी 4-6 लेडीज हैं जो सॉरी मतलब बहुत अच्छी एक्ट्रेसेस हैं, हाँ गर्ल्स हैं, गर्ल्स GIRLS मैं लेडीज ही रखूंगा। तो वो ਕੀ ਹੁੰਦਾ ਕਿ ਉਹੀ ਉਦਾਂ ਦੇ ਹੀ ਕੱਪੜੇ, ਉਦਾਂ ਦਾ ਹੀ ਗੈਟਅਪ, ਸੇਮ ਤਰ੍ਹਾਂ ਦਾ ਰੋਲ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ। ਉਹਦਾ ਰੀਜ਼ਨ ਸਿਰਫ ਇਹ ਕਿ ਉਹ ਨਜ਼ਦੀਕ ਰਹਿੰਦੇ ਆ, ਉਹਨਾਂ ਦਾ ਬਜਟ ਇੰਨਾ ਹੈ, ਇਹ ਇੰਨੇ ਚ ਆ ਜਾਣਗੇ, ਇਹਨਾਂ ਨੂੰ ਬਾਹਰੋਂ ਨਹੀਂ ਬੁਲਾਣਾ ਪਊਗਾ। ਜਿੱਦਾਂ ਕੁਲਰਾਜ ਨੇ ਕਿਹਾ ਤੁਸੀਂ ਟਰਾਈ ਤਾਂ ਕਰੋ, ਮਤਲਬ ਇੰਨੇ ਸਾਰਾ ਇੱਥੇ ਥੀਏਟਰ ਹੁੰਦਾ ਹੈ, ਉੱਥੇ ਤੁਸੀਂ ਐਕਟਰਸ ਨੂੰ ਦੇਖੋ, ਥੋੜੀ ਫਰੈਸ਼ਨੈਸ ਲੱਗੇ ਕਿ ਨਾ ਡਿਫਰੈਂਟ ਕੈਰੈਕਟਰ ਡਿਫਰੈਂਟ ਲੋਕ ਪਲੇ ਕਰ ਰਹੇ ਹੈ। ਪਰ ਮੇਰੇ ਖਿਆਲ 'ਚ ਤੁਹਾਨੂੰ ਸਾਡੀ ਫਿਲਮ 'ਚ ਫਰੈਸ਼ਨੈਸ ਹੀ ਲੱਗ ਰਹੀ ਹੈ ਨਾ, ਮਤਲਬ ਇਹ ਉਹ ਫਿਲਮ ਹੈ ਜਿਹਦੇ 'ਚ ਤੁਹਾਨੂੰ ਕੋਈ ਇਦਾਂ ਨਹੀਂ ਲੱਗੇਗਾ। ਜਿਹੜੀ ਮੈਡਮ ਨੇ ਗੱਲ ਕਹੀ ਹੈ, ਇਹਦੀ ਕਾਸਟਿੰਗ ਵੇਲੇ ਸਭ ਤੋਂ ਪਹਿਲਾਂ ਇਹੀ ਮੁੱਦਾ ਆਇਆ ਸੀਗਾ ਵੀ ਅਸੀਂ ਗੱਲ ਕੀਤੀ, ਕਿਉਂਕਿ ਮੈਂ ਕਿਹਾ ਰੈਗੂਲਰ ਕਾਸਟ ਤੋਂ ਬਚਿਆ ਕਿੱਦਾਂ ਜਾ ਸਕਦਾ। ਸਰ ਬਚਿਆ ਦਾ ਮਤਲਬ ਕੀ ਹੈ, ਲੱਭਣੇ ਕਿੱਥੋਂ ਹੈ ਬੰਦੇ, ਸਭ ਤੋਂ ਵੱਡੀ ਗੱਲ ਹੈ ਲੱਭਣਾ ਔਖਾ ਜੀ। ਕੋਸ਼ਿਸ਼ ਕਰੋ, ਕੋਸ਼ਿਸ਼ ਕਰਾਂਗੇ ਨਾ ਤਾਂ ਲੱਭ ਜਾਏਗਾ। ਮਤਲਬ ਪੰਜਾਬ ਚ ਘਾਟ ਹੈ, ਸਰ ਪੰਜਾਬ ਚ ਘਾਟ ਨਹੀਂ ਹੈ, ਕੀ ਹੈ ਐਕਸਪੋਜ਼ਰ ਨਹੀਂ ਹੈਗਾ, ਜਿਹੜੇ ਬੰਦੇ ਹੈਗੇ ਹੈ ਉਹ ਆ ਨਹੀਂ ਪਾਉਂਦੇ, ਉਹਨਾਂ ਨੂੰ ਕੋਈ ਸਪੇਸ ਹੀ ਨਹੀਂ ਹੈ। ਜਿਵੇਂ ਮੈਡਮ ਨੇ ਕਿਹਾ ਕੋਈ ਜਗ੍ਹਾ ਹੀ ਨਹੀਂ ਹੈਗੀ ਇਹ ਜੀ ਜਿੱਥੇ ਆਪਾਂ ਐਕਟਰ ਲਾਈਕ ਆਲਮੋਸਟ ਮੋਹਾਲੀ ਚ ਆਲਮੋਸਟ 5-6 ਏਜੰਸੀਜ਼ ਹੈ ਜਿਹੜੀ ਕਾਸਟਿੰਗ ਕਰਦੀ ਹੈ, ਆਡੀਸ਼ਨਸ ਲੈਂਦੇ ਸਰ ਹੈ। ਪਤਾ ਨਹੀਂ ਸਰ ਇੱਥੇ ਥੀਏਟਰ ਕਿੰਨਾ ਹੁੰਦਾ ਹੈ, ਮੈਡਮ ਮੈਂ ਤਾਂ ਖੁਦ ਇੱਥੋਂ ਮੈਂ ਤੁਹਾਨੂੰ ਗੱਲ ਦੱਸਦਾ ਜੀ ਕੀ ਗੱਲ ਹੈ, ਜਦ ਤੁਸੀਂ ਕਿਤੇ ਲੱਭਣ ਜਾਓ ਨਾ ਤੁਹਾਨੂੰ ਆਰਟਿਸਟ ਲੱਭਦੇ ਨਹੀਂ। ਮੈਂ ਵੀ ਗਿਆ ਸੀ, ਝੂਠ ਨਹੀਂ ਕਹਿੰਦਾ, ਮੈਂ ਵੀ ਗਿਆ ਸੀਗਾ, ਆਪਣੇ 1-2 ਜਗ੍ਹਾ ਗਿਆ ਵੀ ਹੈਗਾ ਜਿੱਥੇ ਥੀਏਟਰ ਹੁੰਦਾ ਹੈ, ਉੱਥੇ ਵੀ ਜਾ ਕੇ ਮੈਂ ਕੋਸ਼ਿਸ਼ ਕੀਤੀ ਕੋਈ ਛੋਟੇ ਕਰੈਕਟਰਸ ਦੇ ਲਈ। ਹੁਣ ਮੈਂ ਇੱਥੇ ਬਚਪਨ ਦਾ ਸ਼ੂਟ ਕਰਨਾ ਸੀ, ਉਹਦੇ ਲਈ ਮੈਨੂੰ ਪਤਾ ਮੈਂ ਕਿੱਡਾ ਔਖਾ ਬੱਚੇ ਲੱਭੇ ਹੈ ਸ਼ੂਟ ਕਰਨ ਦੇ ਲਈ, ਜਿਹੜੇ ਹੁਣ ਮੈਂ ਇੱਕ ਦਿਨ ਦਾ ਬਚਪਨ ਦਾ ਨਹੀਂ ਸ਼ੂਟ ਕੀਤਾ ਸੀ, ਇੰਡੀਆ ਦੇ ਵਿੱਚ ਕੀਤਾ ਸੀਗਾ, ਤੇ ਉਹਦੇ ਲਈ ਸਰ ਹਜੇ ਵੀ ਦਿੱਕਤ ਹੈਗੀ ਹੈ, ਬਹੁਤ ਜ਼ਿਆਦਾ ਦਿੱਕਤ ਹੈਗੀ। ਯੂ ਮੀਨ ਚੰਗੇ ਆਰਟਿਸਟ ਨਹੀਂ ਹੈ, ਤੇ ਆਰਟਿਸਟ ਲੱਭਣੇ ਔਖੇ ਹੈ ਸਰ ਪੰਜਾਬ 'ਚ ਟੈਲੈਂਟ ਬਹੁਤ, ਸਰ ਪੰਜਾਬ ਦਾ ਘਰ 'ਚ ਘਰ ਟੈਲੈਂਟ ਹੈ। ਤੁਸੀਂ ਆਹ ਦੇਖ ਲਓ, ਮੈਂ ਕਹਿੰਦਾ ਜਿੰਨੀਆਂ ਵਧੀਆ ਰੀਲਾਂ ਸਾਡੀਆਂ ਬੁੜੀਆਂ ਬਣਾ ਲੈਂਦੀਆਂ ਜਿਹੜੀਆਂ ਗੋਹਾ ਪੱਥਦੀਆਂ ਰੀਲਾਂ ਬਣਾ ਲੈਂਦੀਆਂ, ਉਹ ਤਾਂ ਟੈਲੈਂਟ ਸਰ। ਪੰਜਾਬੀ ਇੱਕ ਲੈਂਗੁਏਜ ਏਦਾਂ ਦੀ ਹੈ, ਪੰਜਾਬੀ ਤਾਂ ਆਪਣੇ ਹਾਸਾ ਕਿਤੇ ਪਾਉਣ ਦੀ ਲੋੜ ਨਹੀਂ ਪੈਂਦੀ, ਆਪਾਂ ਤਾਂ 4 ਜਣੇ ਵੈਸੇ ਗੱਲਾਂ ਕਰ ਲਾ ਜੀ ਤਾਂ ਹਾਸਾ ਆਉਣ ਲੱਗ ਜਾਂਦਾ, ਲਾਫਟਰ ਆਪਣੇ ਕੋਲ ਇੰਨਾ ਜ਼ਿਆਦਾ। ਤੇ ਪਿੰਡਾਂ ਦੇ ਵਿੱਚ ਤਾਂ ਆਪਣੇ ਘਰਾਂ ਦੇ ਵਿੱਚ ਤਾਂ ਹਮੇਸ਼ਾ ਹੀ ਕੋਈ ਨਾ ਕੋਈ ਗੱਲ ਛੋਟੀ ਮੋਟੀ ਹੁੰਦੀ ਹੋਈ ਰਹਿੰਦੀ ਹੈ, ਇਹੋ ਜਿਹੀ ਗੱਲ। ਉਹਨਾਂ ਕੋਲ ਇੰਨਾ ਕੁਛ ਹੈਗਾ, ਇੰਨਾ ਮਟੀਰੀਅਲ ਹੈਗਾ, ਤੇ ਹੁਣ ਸਿਰਫ ਗੱਲ ਆਉਂਦੀ ਹੈ ਕੈਮਰੇ ਦੇ ਅੱਗੇ, ਕੈਮਰਾ ਕੌਨਸ਼ੀਅਸ ਹੁੰਦਾ ਨਾ, ਸਿਰਫ ਉਹੀ ਕੌਨਸ਼ੀਅਸਨੈਸ ਹੀ ਕੱਢਣੀ ਹੁੰਦੀ ਹੈ। ਬਟ ਆਪਣੇ ਕੋਲ ਆਰਟਿਸਟ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਐਕਸਪੋਜ਼ਰ ਨਹੀਂ ਹੈ, ਉਹਨਾਂ ਕੋਲ ਪਲੇਟਫਾਰਮ ਨਹੀਂ ਹੈਗਾ ਜਿਹਨੂੰ ਅਸੀਂ ਮਤਲਬ ਹੁਣ ਉਹੀ ਹੈ, ਕਿਸੇ ਕੋਲ ਇੰਨਾ ਟਾਈਮ ਹੀ ਨਹੀਂ ਹੈ ਵੀ ਜਾ ਕੇ ਜੇ ਮੈਂ ਕਹਾਂ ਵੀ ਮੈਂ 25 ਸਾਲ ਦਾ ਜਾਂ 50 ਸਾਲ ਦਾ 35 ਸਾਲ ਦਾ ਕੋਈ ਬੰਦਾ ਲੱਭਣਾ ਹੈ ਵੀ ਇਹੋ ਜਿਹਾ ਕਰੈਕਟਰ ਹੋਵੇ, ਇੱਦਾਂ ਦਾ ਹੋਵੇ, ਮੇਰੀ ਅੱਧੀ ਜਿੱਤ ਹੋ ਜੂਗੀ ਵੀ ਮੈਨੂੰ ਇਹੋ ਜਿਹਾ ਕਰੈਕਟਰ ਇੰਨੀ ਹਾਈਟ ਵਾਲਾ ਇਹੋ ਜਿਹਾ ਕੋਈ ਲੱਭ ਜਾਵੇ। ਉਹ ਲੱਭਣ ਲਈ ਮੈਨੂੰ 2 ਬੰਦੇ ਕਹਿਣਗੇ ਉਹ ਫਲਾਣੇ ਲੈ ਲਾ, ਹੁਣ ਕੀ ਹੈ हमारे पे प्री प्रोडक्शन में भी टाइम ਹੀ ਨਹੀਂ ਹੁੰਦਾ ਜੀ, ਬਿਲਕੁਲ ਬਹੁਤ ਵੱਡੀ ਗੱਲ ਹੈ ਜੀ। प्रोडक्शन में सिर्फ नो जी नो, प्री प्रोडक्शन टेक्निकली नीड्स मोर वर्क देन एक्चुअल शूटिंग डेज और पोस्ट प्रोडक्शन। ਕੋਈ ਵਾਰ ਸੀਨ ਉੱਥੇ ਲਿਖ ਰਹੇ ਹੁੰਦੇ ਕਈ ਲੋਕ, ਅੱਛਾ ਮੈਡਮ ਚਲੋ ਮਤਲਬ ਮੈਂ ਤਾਂ ਇਹ ਵੀ ਦੇਖਿਆ ਸੀਨ ਉੱਥੇ ਲਿਖ ਹੋ ਰਿਹਾ, ਸੀਨ ਜਦੋਂ ਸ਼ੂਟਿੰਗ ਜਿਹੜਾ ਪ੍ਰੀ ਵਰਕ ਹੈ ਨਾ ਸਰ, ਜਿਹੜਾ ਜਿੰਨਾ ਕਹਿੰਦੇ ਹੁੰਦੇ ਨਾ ਆਪਾਂ ਉਹਨੂੰ ਯੂਜ਼ ਕਰਦੇ ਨਹੀਂ ਹੈਗੇ, ਸ਼ੂਟਿੰਗ ਤੋਂ ਪਹਿਲਾਂ ਦਾ ਜਿਹੜਾ ਟਾਈਮ ਹੈਗਾ ਆਪਾਂ ਉਹ ਜਿਹੜਾ ਹੈਗਾ ਨਾ ਪ੍ਰੀ ਵਰਕ ਹੈਗਾ, ਜਿੰਨਾ ਵਧੀਆ ਉਹ ਪ੍ਰੀ ਵਰਕ ਹੋਊਗਾ, ਭਾਵੇਂ ਉਹ ਕਾਸਟਿੰਗ ਦੇ ਉੱਤੇ ਹੈਗਾ, ਭਾਵੇਂ ਉਹ ਸਕ੍ਰਿਪਟ ਦੇ ਉੱਤੇ, ਭਾਵੇਂ ਉਹ ਮਿਊਜ਼ਿਕ ਦੇ ਉੱਤੇ ਹੈ ਸਰ, ਉਹ ਚੀਜ਼ ਤਾਂ ਉਹਨੂੰ ਦਿਖੇਗੀ ਬੈਸਟ ਆਪਣੇ ਆਪ, ਕਿਉਂਕਿ ਪ੍ਰੈਪਰੇਸ਼ਨ ਜਿੰਨੀ ਵਧੀਆ ਹੋਊਗੀ ਉਨਾ ਵਧੀਆ ਖਾਣਾ ਬਣੂਗਾ। ਪੰਜਾਬੀ ਦੀ ਗੱਲ ਸਹੀ ਗੱਲ ਹੈ, ਉਹ ਪ੍ਰੈਪਰੇਸ਼ਨ ਦੀ ਸਾਡੀ ਪ੍ਰੋਬਲਮ ਆਦੀ, ਸਾਡੇ ਤਾਂ ਗਰਮ ਫਟਾਫਟ ਵੀ ਆ ਹੋਗਾ, ਚਲੋ ਯਾਰ 4 ਦਿਨ ਉਹਨੇ ਐਕਟਰ ਨੇ ਡੇਟ ਦੇ ਦਿੱਤੀ, ਕੌਣ ਹੈ ਉਹਨੂੰ ਬੁਲਾ ਲਾ, ਚਲੋ ਸੀਨ ਸ਼ੁਰੂ ਕਰੋ ਜੀ, ਚਲੋ ਹੋ ਗਿਆ ਜੀ ਕੰਮ ਕਰੋ, ਚਲੋ ਜੀ ਖਤਮ ਕਰ। ਇਹ ਚੀਜ਼ਾਂ ਜਦ ਤੱਕ ਹੈਗੀਆਂ ਉਦੋਂ ਤੱਕ ਤਾਂ ਦਿੱਕਤ ਰਹਿਣੀ ਹੈ ਸਰ। ਤਾਂ ਫਿਰ ਫੇਸਿਸ ਵੀ ਸਾਰੇ ਉਹੀ ਆਣੇ ਆ, ਕਿਉਂਕਿ ਆਪਾਂ ਦੇਖੇ ਮਾਂ ਲਈ 4 ਕੁੜੀਆਂ ਜਨਾਨੀਆਂ ਹੈਗੀਆਂ, ਸੌਰੀ 4 ਗਰਲਸ ਹੈਗੀਆਂ ਹਨਾ, ਔਰ ਆਪਦੀਆਂ ਜੀ ਤਾਂ ਹੋਈ ਹੈ 4 ਬॉयਜ਼ ਹੈ, ਠੀਕ ਹੈ ਜੀ। ਉਹ ਸਾਰੇ ਗਿਣਗਣਾ ਕੇ ਉਹੀ ਬੰਦੇ ਫੇਰ ਆ ਜਾਂਦੇ, ਚੱਲ ਇਹਨੂੰ ਇਸ ਚ ਵੱਧ ਤੋਂ ਵੱਧ ਇਹ ਹੁੰਦਾ, ਇਹਨੂੰ ਇੱਥੇ ਬਿਠਾ ਦੋ, ਉਹਨੂੰ ਉੱਥੇ ਬਿਠਾ ਦੋ, ਚਲੋ ਜੀ ਸਾਰੇ ਬਹਿ ਗਏ, ਗੱਲ ਖਤਮ ਹੋ ਗਈ। ਜਿਹੜੇ ਹੁਣ ਆਪਾਂ ਕਹੀਏ ਵੀ ਆਪਾਂ ਵੀ ਐਂ ਕਰਕੇ ਵੀ ਪਤਾ ਲੱਗੇ ਵੀ ਇਹਦੇ ਚ ਕੋਈ ਸਰ ਕਈ ਜਿੱਦਾਂ ਨਾ ਸਪੋਰਟਸ ਦੀ ਗੱਲ ਕਰਦੇ ਆ ਜੀ, ਮੈਨੂੰ ਨਾ ਕਿਸੇ ਨੇ ਇੱਕ ਵਾਰੀ ਮੈਂ ਗੇਮ ਕੋਈ ਸ਼ੁਰੂ ਕੀਤੀ, ਮੈਨੂੰ ਕਿਸੇ ਨੇ ਰੈਸਲਿੰਗ ਦੀ ਐਗਜ਼ਾਮਪਲ ਦਿੱਤੀ ਵੀ ਕਹਿੰਦੇ ਇੱਥੇ ਜਿਵੇਂ ਮੰਗੋਲੀਆ ਦੇ ਵਿੱਚ ਰੈਸਲਰਸ ਹੁੰਦੇ ਸੀ ਉਦੋਂ, ਕਹਿੰਦੇ ਜੀ ਉੱਥੇ ਜਿਵੇਂ ਇੱਕ 55 ਕਿਲੋ ਦਾ ਰੈਸਲਰ ਚਾਹੀਦਾ ਤੇ ਉਹਦੇ ਲਈ ਨਾ 150 ਰੈਸਲਰ ਹੈਗਾ, ਉਹਦੇ ਚੋਂ ਤੁਸੀਂ ਇੱਕ ਛਾਂਟਣਾ ਹੈ। ਕਹਿੰਦੇ ਇੱਥੇ ਕੋਲ ਖੜੇ 7 ਹੁੰਦੇ ਆ ਜੀ, ਫਿਰ ਤੁਸੀਂ ਜਾ ਕੇ ਕਹਿੰਦੇ ਫਿਰ ਮੈਡਲ ਭਾਲਦੇ, ਗੱਲ ਤਾਂ ਉਹ ਆ ਜਾਂਦੀ ਨਾ ਸਰ ਤੁਹਾਡੇ ਕੋਲ ਵੀ। ਸਾਡੇ ਕੋਲ ਉਹ ਚੁਆਇਸ ਜਦ ਤੱਕ ਆਂਦੀ ਨਹੀਂ ਜਾਂ ਸਾਡੇ ਕੋਲ ਉਹ ਪਲੇਟਫਾਰਮ ਇੱਕ ਨਹੀਂ ਬਣਦਾ
ਜਿੱਥੇ ਅਸੀਂ ਐਕਟਰ ਨੂੰ, ਹੁਣ ਇੱਕ ਪ੍ਰੋਡਿਊਸਰ ਹੈ ਸਰ, ਤੁਸੀਂ ਪ੍ਰੋਡਿਊਸਰ ਆਏ ਜਾਂ ਮੈਂ ਨਵਾਂ ਪ੍ਰੋਡਿਊਸਰ ਆਇਆ, ਮੈਨੂੰ ਕਿਸੇ ਨੇ ਕਿਹਾ ਯਾਰ ਆਪਾਂ ਕਹਿੰਦਾ ਨਹੀਂ ਯਾਰ ਇਹ ਐਕਟਰ ਵੀ ਮਹਿੰਗਾ ਲੱਗਦਾ ਤੇ ਯਾਰ ਮੈਂ ਕਿਸੇ ਨਵੇਂ ਬੰਦੇ ਨੂੰ ਚਾਂਸ ਦੇਣਾ ਚਾਹੁੰਦਾ ਯਾਰ ਕੋਈ, ਉਹ ਕਹਿੰਦਾ ਠੀਕ ਹੈ ਹੁਣ ਨਵਾਂ ਕੀ ਹੈ, ਕੋਈ ਕਿਸੇ ਨੂੰ ਜਾਣ ਪਛਾਣ ਦਾ ਵੱਧ ਤੋਂ ਵੱਧ ਇੰਟਰੋਡਿਊਸ ਕਰਾ ਦੋ, ਪ੍ਰੋਪਰ ਜਿਹੜਾ ਐਕਟਰ ਜਿਹੜਾ ਟੈਲੈਂਟਡ ਬੰਦਾ ਉਹਨੂੰ ਚਾਂਸ ਹੀ ਨਹੀਂ ਮਿਲਦਾ ਸਰ ਉੱਥੇ ਤੱਕ ਆਉਣ ਦਾ। ਅੱਧੇ ਕੁ ਤਾਂ ਮੈਂ ਮੁੰਡੇ ਜਵਾਨੀ ਚੱਡੇ ਵਧੀਆ ਐਕਟਰ ਸੀਗੇ, ਉਹਨਾਂ ਨੂੰ ਉਦੋਂ ਟਾਈਮ ਹੀ ਨਹੀਂ ਮਿਲਿਆ, ਜਦ ਆ ਕੇ ਚਾਂਸ ਮਿਲਿਆ। ਹੁਣ ਸਵਿੰਦਰ ਵਿੱਕੀ ਹੈ ਜੀ ਸਰ, ਸਵਿੰਦਰ ਵਿੱਕੀ ਨੂੰ ਮੈਂ ਬਹੁਤ ਪੁਰਾਣਾ ਜਾਣਦਾ ਸੀ ਅਸੀਂ ਮਤਲਬ ਹੈ ਨਾ, ਤੇ ਉਹਨੂੰ ਵਿਚਾਰੇ ਨੂੰ ਮੈਂ ਬਹੁਤ ਕਿਤੇ ਜਿਵੇਂ ਹੁੰਦਾ ਸੀ ਅਸੀਂ ਸਰ ਸੀਰੀਅਲ ਸੀਗਾ 2001 ਚ ਆਇਆ ਸੀ ਪ੍ਰੋਫੈਸਰ ਮਨੀ ਪਲਾਂਟ, ਮੈਂ ਭੱਟੀ ਸਾਹਿਬ ਦਾ ਉਹ ਕੀਤਾ ਸੀਗਾ, ਮੈਂ ਉੱਥੇ ਉਦੋਂ ਭੱਟੀ ਸਾਹਿਬ ਨੂੰ ਅਸਿਸਟ ਵੀ ਕਰਦਾ ਸੀਗਾ, ਤੇ ਉਦੋਂ ਸੁਨੀਲ ਗਰੋਵਰ ਸੀ ਨਾਲ, ਅਸੀਂ ਉਹ ਕੀਤਾ ਸੀ, ਮੈਂ ਐਕਟ ਵੀ ਕੀਤਾ ਸੀ ਉਹਦੇ 'ਚ, ਤੇ ਉਹਦੇ ਵਿੱਚ ਮੈਨੂੰ ਇਹਨਾਂ ਨੂੰ ਮਤਲਬ ਉਹਦੇ 'ਚ ਕਰੈਕਟਰ ਦਿੱਤਾ ਹੋਇਆ ਸੀਗਾ ਇਹਨਾਂ ਨੂੰ, ਤੇ ਉਹਨਾਂ ਨੂੰ ਛੋਟਾ ਛੋਟਾ ਕੰਮ ਕਰਦੇ ਕਰਦੇ ਜਦ ਉਹਨਾਂ ਨੂੰ ਕੰਮ ਮਿਲਿਆ ਤਾਂ ਕਿਹੜੀ ਏਜ 'ਚ ਜਾ ਕੇ ਕੰਮ ਮਿਲਿਆ ਜੀ, ਤੁਸੀਂ ਦੇਖੋ ਹੈ ਨਾ ਜੀ, ਉਹ ਸਾਰਾ ਟਾਈਮ ਉਹਨਾਂ ਨੇ ਵਿਚਾਰਿਆਂ ਦਾ ਸਲੌਟ ਕਿਸੇ ਨੇ ਚਾਂਸ ਹੀ ਨਹੀਂ ਦਿੱਤਾ, ਉਹ ਜਿਹਾ ਉਹ ਗੱਲ ਹੀ ਨਹੀਂ ਮਿਲਿਆ। ਅੱਛਾ ਟੈਲੈਂਟ, ਫਿਰ ਸਭ ਤੋਂ ਵੱਡੀ ਗੱਲ ਹੈ ਕਿ ਡਾਇਰੈਕਟਰ ਨੂੰ ਇੱਕ ਐਕਟਰ ਦੀ ਪਛਾਣ ਵੀ ਹੋਣੀ ਚਾਹੀਦੀ ਹੈ ਜੀ ਸਰ, ਕੋਈ ਵੀ ਡਾਇਰੈਕਟਰ ਰਹਿਣਾ ਹੈ ਉਹਦੇ 'ਚ ਉਹਨੂੰ ਐਕਟਰ 'ਚੋਂ ਕਰੈਕਟਰ ਦਿਸਣਾ ਵੀ ਚਾਹੀਦਾ ਹੈ, ਉਹਨੂੰ ਲੱਗਣਾ ਚਾਹੀਦਾ ਮੈਂ ਇਸ ਕਰੈਕਟਰ ਤੋਂ ਇਸ ਐਕਟਰ ਤੋਂ ਆ ਕਰੈਕਟਰ ਆਪਣਾ ਕਢਾ ਸਕਦਾ ਕੰਮ। ਉਹ ਚੀਜ਼ਾਂ ਸਰ ਹਜੇ ਮਾਈਨਸ ਹੈ ਜੀ ਆਪਣੀ ਇੰਡਸਟਰੀ ਥੋੜ੍ਹੀਆਂ ਜਿਹੀਆਂ, ਸਾਰਿਆਂ 'ਚ ਐ ਨਹੀਂ ਵੀ ਮਤਲਬ ਮੈਨੂੰ ਕੋਈ ਅਕਲ ਹੈ ਜਾਂ ਕਿਸੇ ਗੱਲ ਦੀ, ਬਟ ਮੈਂ ਕਹਿੰਦਾ ਮੈਂ ਵੀ ਵਿੱਚ ਹੀ ਆਉਂਦੇ ਸਾਰਿਆਂ ਦੀ ਲਾਈਨ 'ਚ ਹੀ ਆਉਂਦਾ, ਮੇਰੀ ਪਛਾਣ 'ਚ ਤਾਂ ਹਜੇ ਵੀ ਗਲਤੀਆਂ ਹੁੰਦੀਆਂ ਸਾਡੇ ਤੋਂ ਸਾਰਿਆਂ ਤੋਂ, ਪਰ ਉਹ ਹਾਂਜੀ ਸੋ ਬੜਾ ਕਰਾਰਾ ਪੂਦਨਾ, ਇਟਸ ਅ ਫਰੈਸ਼ ਕਨਸੈਪਟ ਇਨ ਦ ਮਾਰਕੀਟ ਰਾਈਟ, ਪੰਜਾਬੀ ਆਡੀਅנס ਅਪਰੀਸ਼ੀਏਟ ਕਰ ਰਹੀ ਹੈ ਇਸ ਚੀਜ਼ ਨੂੰ, ਬਟ ਮੈਂ ਇੱਕ ਬਹੁਤ ਵਧੀਆ ਐਕਟਰ ਨੂੰ ਪੁੱਛਿਆ ਸੀਗਾ ਥੋੜਾ ਟਾਈਮ ਪਹਿਲਾਂ ਨਾ, ਉਹਨਾਂ ਨੇ ਇਹ ਵੀ ਕਿਹਾ ਸੀਗਾ ਕੌਣ ਸੀ? नहीं नाम नहीं नाम है भाई बहुत वधिया है तो शेयर करना है, ऑफ कैमरा में शेयर कर दूंगा, ऑन कैमरा क्योंकि ये कि थोड़ी देर में मूवी आएगी फिर मैं इंटरव्यू करना होना था, ठीक है। तो उन्होंने कैसे कि देखो थोड़ी देर पहले ना जिमी शेरगिल पाजी दी मूवी आई सी, बहुत वधिया कांसेप्ट सीगा राइट, बट पंजाबी ऑडियंस ने नकारता सीगा कौन है खसमा खाना, ठीक है, मतलब थिएटर च नहीं देखी, मैं वो कह रहा हैं लैपटॉप च देख रहे हैं, मोबाइल च देख रहे हैं, पर थिएटर च नहीं देख रहे, ठीक है। माजा ਦੀ ਗੱਲ ਕਰਦੇ ਸੀ, हां जी जी बिल्कुल परवीन जी this so but I think also the timing was that although there was something going on I think at that point of time hard आई ਸੀ flood ਸੀ, उस तो पहले भी थोड़ी वो रिलेट कर रहा है मतलब चीज कि उस तो पहले भी लाइक एक्सपेरिमेंट हुए हैं बहुत सारे, I'm not questioning you, I'm questioning the Punjabi audience literally that बहुत एक्टर्स कहते हैं कि यार पंजाबी ऑडियंस ना साडी उन्नी मैच्योर नहीं है, हले भी वो चाहती है कि लाइट हार्टेड मूवीज होन, गुड कॉमेडी गुड कंसेप्ट, ज्यादा थिंकिंग नहीं चाहिए ਸਰ। ਮੇਰੀ ਗੱਲ ਮੈਨੂੰ ਇਹ ਸਮਝ ਨਹੀਂ ਆਇਆ ਮੈਚਿਓਰ ਨੂੰ, ਹੁਣ ਯਾਨੀ ਕਿ ਆਪਾਂ ਕਹੀਏ ਪੰਜਾਬੀ ਆਡੀਅנס ਜਿਹੜੀ ਇਹਨੂੰ ਅਕਲ ਨਹੀਂ ਹੈਗੀ, ਨਹੀਂ ਇਹ ਗੱਲ ਹੈ ਮੈਚਿਓਰ ਦਾ ਮਤਲਬ ਕੀ ਹੁੰਦਾ, ਆਪਾਂ ਕਹਿੰਦੇ ਬੱਚਾ ਤੂੰ ਅਜੇ ਮੈਚਿਓਰ ਹੋ ਜਾ ਫਿਰ ਤੂੰ ਇਹ ਕੰਮ ਕਰ ਲਈ, ਫਿਰ ਆਪਣਾ ਇਹ ਤਾਂ ਆਪਾਂ ਮੈਨੂੰ ਤਾਂ ਇਹ ਸ਼ਬਦ ਗਲਤ ਲੱਗਦਾ, ਮੈਚਿਓਰ ਵਰਡ ਨਹੀਂ ਚੰਗਾ ਲੱਗਿਆ, ਇਹ ਸਹੀ वर्ड ही गलत है, तो शायद वो वर्ड ही कुछ और होना चाहिए नहीं। और जे तुसी कहोगे कि बिल्कुल नवा कॉन्सेप्ट है और इदा ये ऑलरेडी टेस्टेड जरा ना सुपर हिट फिल्म ऑलरेडी मराठी दी है, और लोग साडे जेडे इंडियन ऑडियंस है वो इन्ने मतलब इक्को ही तरह सोचते, ये नहीं कि वो इमोशनल लोग है और वो डेफिनेटली सारे पंजाबी पसंद करते कि कॉमेडी भी होवे इंजॉयमेंट भी होवे, ये ऐसी कोई ऐसी चीज ही नहीं है जेडी बड़ा करारा पूदना च नहीं है, मतलब ये कॉमेडी भी है, अच्छे सॉन्ग्स भी है, डांसेस भी है, पर ये फिल्म कुछ ना कुछ दे के जाती है, एक मैसेज दे के जाती है। हाँ वो ये नहीं है कि असी जी सिर्फ प्रवचन दे रहे हैं कि इदा तुहानू करना चाहिए, झूठ नहीं बोलना, फलाना नहीं करना, पाप नहीं करना, इदा नहीं है, ये असी एक लाइट हार्टेड फिल्म दे नाल लोकां नू एक मैसेज दे रहे हैं कि देखो जी ये जिंदगी दी सच्चाई है और इदा चलना चाहिए। और ये फिल्म ने मतलब एक छोटी फिल्म मराठी दी जिहदे च बहुत वड्डा बजट नहीं सीगा, ओदे बावजूद फिल्म ने करोड़ां दा बिजनेस कीता, ठीक है। ये हुण ओ मराठी दा थोड़ा कल्चर पंजाबी नालों डिफरेंट कल्चर है, ਤੇ ਇਹ ਜਿਹੜੀ ਹੈਗੀ ਹੈ ਇਹਨਾਂ ਨੇ ਇਹਦੇ ਚ ਉਹ ਜਿਹੜਾ ਸੀ ਗਿੱਧਾ ਪਾਇਆ, ਪੰਜਾਬੀ ਕਲਚਰ ਪਾਇਆ, ਪੰਜਾਬੀ ਦੀ ਕਿੱਦਾਂ ਦੀ ਸੋਚ ਹੈ ਉਹਨਾਂ ਦੀ, ਕਾਮੇਡੀ ਪਾਈ, ਪਰ ਇਹਨਾਂ ਨੇ ਸਟੋਰੀ ਨਹੀਂ ਛੇੜੀ, ਜਿਹੜਾ ਜਿਸਟ ਹੈ और जो कहानी है वही है जो मराठी दी सी, और एक तक बिल्कुल टेस्टेड चीज है और कि ये मतलब लोगों को पसंद आएगी, और इस करके असी बड़े कॉन्फिडेंट है। बाकी तो सारा ऑडियंस तो हुंदा सी इदा नहीं कह सकते जी फिल्म हिट होएगी या ये चलेगा या वो चलेगा, पर मैं ये कह सकती हूँ, और असी सारे पंजाबी हैं, इन्होंने फिल्मां बनाई हैं, सुपर हिट फिल्म परवीन जी ने भी बनाई है, साडी माधुरी जी की भी हिट फिल्मां रही, असी भी कुछ अच्छियां फिल्मां च काम किया है, इन्ने साल का साडा एक्सपीरियंस खुद दा रहा, मैनूं लगता है कि ये पंजाबी ऑडियंस लिए एक बहुत ही सोहनी और बहुत ही मज़ेदार फिल्म रहेगी। ग्रेट, इनका आंसर एक हो गया। लास्ट में हमेशा पूछता एक रीजन टू वॉच दिस मूवी, स्टार्टिंग विद डायरेक्टर साहब।
पहले प्रोड्यूसर बताओ। ओके, हायरार्की फॉलो कर रहे हैं आप। I think it's a complete entertainer. It's a family entertainer. It's not an experiment. It's not a. I will not say one word. I'll go slightly longer. So there's something for everybody there, and it's a light-hearted film, and women should watch because it's a feel-good film, and men should watch because they'll kind of understand what women are going through, or it'll help them understand women better. Kids should watch because the song and dance and all those elements, music and all, and I think it's a lovely film. I'm sure so far the trailer's been very appreciated. We released the title song today. It's been loved a lot. So there are signs that maybe it'll connect with the audience in a good way. So we're looking forward to that. Now, director साहब, girls favorite. ਮੈਨੂੰ ਲੱਗਦਾ ਹੈ ਵੀ ਇੱਕ ਹਰ ਵੂਮਨ ਦੀ ਕਹਾਣੀ ਹੈ ਜਿਹੜੀ ਕਿ ਹਰ ਲੇਡੀ ਨਾਲ ਰਿਲੇਟ ਕਰਦੀ ਹੈ, ਹਰ ਗਰਲ ਨਾਲ ਰਿਲੇਟ ਕਰਦੀ ਹੈ ਜੀ। ਤੇ ਜਦੋਂ ਦੇਖਣਗੇ ਉਹਨਾਂ ਨੂੰ ਆਪਣਾ ਅਕਸ ਦਿਸੂਗਾ ਕਿਸੇ ਨੂੰ ਜਿਹੜਾ ਆਡੀਅנס ਬੈਠੀ ਹੋਊਗੀ ਨਾ, ਉਹ ਕਿਤੇ ਨਾ ਕਿਤੇ ਰਿਲੇਟ ਕਰੂਗੀ ਤੇ ਉਹਨਾਂ ਲਈ ਕੁਝ ਇਨਸਪੀਰੇਸ਼ਨਸ ਹੋਣਗੀਆਂ। ਜਿਹੜੀ ਲੇਡੀਜ਼ ਹੈਗੀਆਂ ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਹੈ, ਕੁਛ ਤਾਂ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਆਪਣੇ ਆਪ ਨੂੰ ਘੁੱਟਣ ਮਹਿਸੂਸ ਕਰਨ ਲੱਗ ਜਾਂਦੇ, ਘੁੱਟਦੀਆਂ ਜਾਂਦੀਆਂ, ਆਪਣੇ ਨੂੰ ਘੁੱਟਣਾ ਸ਼ੁਰੂ ਕਰ ਦਿੰਦੀਆਂ। ਅਤੇ ਉਹ ਜਦੋਂ ਘੁੱਟਣ ਦੇ ਨਾਲ ਉਹਨਾਂ ਨੂੰ ਕੀ ਹੁੰਦਾ ਲਾਈਫ ਦੇ ਵਿੱਚ, ਉਹਦੇ 'ਚੋਂ ਕਿਵੇਂ ਬਾਹਰ ਨਿਕਲਣਾ ਚਾਹੀਦਾ ਹੈ, ਜਾਂ ਕਈ ਵਾਰੀ ਇਹੋ ਜਿਹਾ ਹੁੰਦਾ ਉਹ ਆਪਣੇ ਆਪ ਦੀ ਆਪਣੀ ਆਈਡੈਂਟੀਟੀ ਖਤਮ ਕਰ ਲੈਂਦੀ ਹੈ ਆਪਣੇ ਆਪ ਦੇ ਵਿੱਚ। ਹਾਲਾਂਕਿ ਹਰੇਕ ਭਾਵੇਂ ਕੋਈ ਹਸਬੈਂਡ ਹੈ, ਵਾਈਫ ਹੈ, ਹਰੇਕ ਦੁਨੀਆ ਦੇ ਵਿੱਚ ਜਿਹੜਾ ਬੰਦਾ ਹੈ ਉਹਦੀ ਸਭ ਦੀ ਇੱਕ ਹੋਂਦ ਹੈ ਆਪਣੀ। ਤੇ ਇਹ ਜਿਹੜੀ ਹੈਗੀ ਚੀਜ਼ ਹੈ ਵੀ ਜਿਹੜੀ ਆਪਣੀ ਹੋਂਦ ਨੂੰ ਕਿਵੇਂ ਬਚਾਇਆ ਜਾ ਸਕਦਾ ਜਾਂ ਆਪਣੇ ਆਪ ਨੂੰ ਕਿਵੇਂ ਲਾਈਫ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਸਰਵਾਈਵਲ ਦੇ ਸਕਦੇ ਹੋ। ਆਪਣੇ ਆਪ ਨੂੰ ਮਾਰਨਾ ਲਾਈਫ ਦੀ ਲੇਡੀ ਉਹ ਨਹੀਂ ਜਿਹੜੀ ਸੈਕਰੀਫਾਈਸ ਹੀ ਕਰਦੀ ਰਹੇ, ਸੈਕਰੀਫਾਈਸ ਕਰਦੇ ਹੋਏ ਆਪਣੇ ਆਪ ਨੂੰ ਕਿਵੇਂ ਰੱਖ ਸਕਦੀ ਹੈ, ਕਿਵੇਂ ਕਰ ਸਕਦੀ ਹੈ। ਆਪਣੀ ਇੱਛਾਵਾਂ ਜਿਹੜੀਆਂ ਉਹਨੇ ਆਪਣੇ ਆਪ ਨੂੰ ਫੈਮਿਲੀ ਲਈ ਡਿਜ਼ਾਇਰਸ ਨੂੰ ਖਤਮ ਕਰਕੇ ਆਪਣੀ ਫੈਮਿਲੀ ਬਣਾਉਣਾ ਸ਼ੁਰੂ ਕਰਦੀ ਹੈ, ਤਾਂ ਕਿ ਉਹਦੀ ਕੋਈ ਉਹ ਆਪਣੇ ਆਪ ਨੂੰ ਕਿੱਦਾਂ ਡਿਜ਼ਾਇਰਸ ਆਪਣੀਆਂ ਪੂਰੀਆਂ ਕਰਨੀਆਂ ਚਾਹੀਦੀਆਂ, ਕਿੱਦਾਂ ਹੋਣਾ ਚਾਹੀਦਾ ਹੈ, ਇਹੋ ਜਿਹਾ ਕੁਛ ਮੈਨੂੰ ਲੱਗਦਾ ਰਿਲੇਟ ਕਰ ਪਾਉਣਗੀਆਂ ਵੀ। ਇਸ ਕਰਕੇ ਫਿਲਮ ਦੇਖਣੀ, ਤੇ ਜਿਹੜਾ ਤੁਹਾਨੂੰ ਪਤਾ ਹੈ ਇੰਟਰਟੇਨਮੈਂਟ ਦਾ ਸੋਰਸ ਹੁੰਦਾ ਹੈ ਫਿਲਮ, ਹੈ ਨਾ। ਤੇ ਇਹਦਾ ਜਿਹੜਾ ਮਿਊਜ਼ੀਕਲੀ ਪੰਜਾਬੀ ਆਪਾਂ ਗਿੱਧਾ ਤੜਕਾ ਲਾਇਆ ਉਹ ਵਾਲਾ, ਤੇ ਉਹਦੇ ਥਰੂ ਗੱਲ ਆਪਾਂ ਉਹੀ ਕਹਿਣੀ ਹੈ, ਤੇ ਉਹ ਥੋੜਾ ਜਿਹਾ ਤਰੀਕੇ ਨਾਲ ਕਹਿਤੀ ਮਾੜੀ ਜੀ। ਤੇ ਬਸ ਹੁਣ ਜੇ ਕਿ ਆਡੀਅנס ਕਿੰਨਾ ਪਸੰਦ ਕਰਦੀ ਹੈ ਜੀ, ਬਾਕੀ ਸਾਰਾ ਆਡੀਅנס ਤੇ ਜੀ ਅਸੀਂ ਆਪਣੇ ਵੱਲੋਂ ਇੱਕ ਐਫਰਟ ਕਰ ਲਿਆ। ਮੈਂ ਤੇ ਇੱਕੋ ਗੱਲ ਕਹਿਣਾ ਚਾਹੂਗੀ, ਜਦੋਂ ਕੋਈ ਵਿਆਹ ਹੁੰਦਾ ਨਾ ਸਾਡੇ, ਆਪਣੀਆਂ ਦਾਦੀਆਂ ਨਾਨੀਆਂ ਨੂੰ ਨੱਚਦੇ ਦੇਖੋ, ਗਿੱਧਾ ਪਾਉਂਦੇ ਦੇਖੋ, ਤੇ ਉਦੋਂ ਫਿਰ ਸਾਰੀਆਂ ਜਿਹੜੀਆਂ ਮਾਸੀਆਂ ਵਗੈਰਾ ਕਹਿੰਦੀ ਆਪਣੇ ਜ਼ਮਾਨੇ ਦੀ ਚੈਂਪੀਅਨ ਸੀਗੀ ਗਿੱਧੇ ਦੀ। ਤੇ ਫਿਰ ਬੁੜੀਆਂ ਨਾਲ ਜਦੋਂ ਗੱਲ ਕਰੋ ਸਾਰੀਆਂ ਕਹਿੰਦੀਆਂ ਕਿ ਨਿਆਣੇ 'ਚ ਰਹਿ ਗਿਆ ਸਾਰਾ, ਨਿਆਣਿਆਂ 'ਚ ਰਹਿ ਗਿਆ ਸਭ ਕੁਛ, ਨਿਆਣੇ ਪਾਲਦੇ ਰਹਿ ਗਏ, ਰੋਟੀਆਂ ਬਣਾਉਂਦੇ, ਚੁੱਲ੍ਹਿਆਂ ਅੱਗੇ ਬੈਠੇ ਰਹਿ ਗਏ, ਸ਼ੌਕ ਹੀ ਸਾਡੇ ਤੇ ਰਹਿ ਗਏ। ਤੇ ਜਦੋਂ ਉਹਨਾਂ ਨੂੰ ਇੱਕ ਮੌਕਾ ਮਿਲਦਾ ਨਾ ਵਿਆਹ ਦੇ ਵਿੱਚ, ਉਹ ਕਿਆ ਗਿੱਧਾ ਪਾਉਂਦੀਆਂ। ਤੇ ਮੈਂ ਚਾਹੁੰਦੀ ਕਿ ਜਿੰਨੇ ਵੀ ਸਾਡੇ ਵੱਡੇ ਬਜ਼ੁਰਗ ਸਾਡੇ, ਉਹ ਵੀ ਜ਼ਰੂਰ ਫਿਲਮ ਦੇਖਣ, ਉਹਨਾਂ ਨੂੰ ਆਪਣਾ ਬਚਪਨ ਯਾਦ ਆਊਗਾ, ਆਪਣੀ ਜਵਾਨੀ ਯਾਦ ਆਊਗੀ। ਤੇ ਮੈਂ ਗੁਜ਼ਾਰਿਸ਼ ਕਰਦੀ ਹਾਂ ਸਾਰਿਆਂ ਨੂੰ ਕਿ ਤੁਸੀਂ ਟਰਾਲੀਆਂ ਭਰ ਕੇ ਆਓ ਫਿਲਮ ਦੇਖਣ ਲਈ, ਤੁਹਾਨੂੰ ਸੱਚਿਓ ਬਹੁਤ ਮਜ਼ਾ ਆਊਗਾ, ਤੁਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਚਲੇ ਜਾਓਗੇ। ਤੇ ਮੇਰੀ ਤਾਂ ਇਹੀ ਹੈ ਕਿ ਜ਼ਰੂਰ ਦੇਖੋ ਫਿਲਮ। ਰਾਜ, I think सबने बहुत अच्छी बातें कही, and just adding on to that, it's a potpourri of, you know, all the emotions in one film. We have some great talent who's worked on screen, off screen, और कहते हैं कि एक पिक्चर बनाने के लिए सिर्फ एक्टर नहीं पर एक पूरी इंटायर टीम लगती है, तो ये टीम एफर्ट होता है। हर एक कोई इंसान जब अपनी कोई फिल्म लेकर आते हैं वो हमेशा कहते हैं कि हमारी फिल्म हटके है, तो हम भी यही कहते हैं कि हमारी फिल्म हटके है, लेकिन एक जो रंग है वो सोसाइटी के बीच में रहकर एक रंग हम प्रेजेंट कर रहे हैं, एक रेनबो ऑफ कलर्स लेकर आए हैं। सो होपफुली ऑडियंस को अच्छी लगेगी ये फिल्म, क्योंकि हमने जितनी मेहनत की है, सबने इन्होंने बहुत मेहनत की है। एटलीस्ट उस रिस्पेक्ट से देखें तो ज़रूर जाके देखें। बाकी मैं कहती हूँ हमेशा ऑडियंस इज़ ऑलवेज द जज। आप खुद ही देखेंगे, खुद ही आप बोलेंगे, हमें एक अच्छी फीडबैक देंगे, ये हमारा विश्वास है, ये कॉन्फिडेंस है। एंड मैम ਤੁਸੀਂ ਤਾਂ ਆਪ ਹੀ ਰੀਜ਼ਨ ਹੋ ਮੂਵੀ ਦੇਖਣ ਦਾ, ਨਾਲ ਤੁਸੀਂ ਆਪਣਾ ਰੀਕ੍ਰੀਏਟ ਕਰਤਾ ਡਾਇਲੌਗ ਆਈਕੋਨਿਕ, ਬਿਲਕੁਲ ਅੱਬਾ ਡੱਬਾ ਜੱਬਾ ਵੀ ਦੇਖ ਆਫਟਰ ਸੋ ਮਚ ਟਾਈਮ।
नहीं मैं तो सिर्फ ये कहना चाहती कि जो भी कोई इंसान आजकल मतलब ਅਸੀਂ ਇੰਨੇ ਟੈਂਸ ਰਹਿੰਦੇ ਨੇ ਆਪਣੀ ਜ਼ਿੰਦਗੀ 'ਚ ਜਿੱਦਾਂ ਪਹਿਲਾਂ ਹਾਸਾ ਖੇਲ ਜਦੋਂ ਵਿਆਹ ਹੁੰਦੇ ਸੀ 5-5 6-6 ਦਿਨ ਵਿਆਹ ਹੀ ਚੱਲ ਰਿਹਾ ਸੀ ਉੱਥੇ ਐਂਟਰਟੇਨਮੈਂਟ ਹੁੰਦੀ ਸੀ ਅੱਜਕੱਲ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਆਪਾਂ ਨਾ ਇੱਕ ਉਹ ਚਾਹੁੰਦੇ ਔਰ ਪੈਸਾ ਕਮਾਉਣਾ ਬੜਾ ਔਖਾ ਹੋ ਗਿਆ ਤਾਂ ਜਦੋਂ ਅਸੀਂ ਪੈਸੇ ਖਰਚਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਉਹਦਾ ਵਸੂਲੀ ਵੀ ਹੋਵੇ ਤਾਂ ਮੈਂ ਬਾਕੀ ਤਾਂ ਸਾਰੀਆਂ ਗੱਲਾਂ ਜਿਵੇਂ ਕਿ ਦੱਸ ਹੀ ਦਿੱਤੀਆਂ ਇਹਨਾਂ ਨੇ ਇਹਦੇ 'ਚ ਆਪਾਂ ਤਾਂ ਕਵਾਂਗੇ ਫਿਲਮ ਅੱਛੀ ਹੈ ਪਰ ਮੈਂ ਇਹ ਕਹੂੰਗੀ ਕਿ ਪੈਸਾ ਵਸੂਲ ਫਿਲਮ ਹੈ ਜੇ ਤੁਸੀਂ ਇਹ ਫਿਲਮ ਦੇਖਦੇ ਆ ਤਾਂ ਤੁਹਾਨੂੰ ਲੱਗੇਗਾ ਕਿ ਅਸੀਂ ਇੱਕ ਅੱਛੀ ਚੀਜ਼ ਦੇਖੀ ਔਰ ਤੁਸੀਂ ਇਹਨੂੰ ਯਾਦ ਕਰੋਗੇ ਮੈਨੂੰ ਇੰਨਾ ਪਤਾ ਕਿਉਂਕਿ ਮੈਂ ਜੇ ਕੋਈ ਫਿਲਮ ਕਰਦੀ ਆ ਨਾ ਜੇ ਮੈਨੂੰ ਲੱਗੇ ਕਿ ਨਹੀਂ ਫਿਲਮ ਅੱਛੀ ਨਹੀਂ ਹੈ ਤਾਂ ਡੈਫੀਨੇਟਲੀ ਮੈਂ ਉਹਨੂੰ ਮੈਂ ਪ੍ਰਮੋਟ ਵੀ ਨਹੀਂ ਕਰਨ ਆਉਂਦੀ ਤੁਸੀਂ ਮੈਂ ਬਹੁਤ ਫਿਲਮਾਂ ਕੀਤੀਆਂ ਮੈਂ ਕਿੰਨੀ ਵਾਰ ਮੈਂ ਆਈ ਹੋਊਂਗੀ ਤੁਹਾਨੂੰ ਪਤਾ ਪਰ ਮੈਨੂੰ ਪਤਾ ਹੈ ਕਿ ਇਹ ਫਿਲਮ 'ਚ ਕੋਈ ਐਸੀ ਚੀਜ਼ ਹੈ ਜਿਹੜੀ ਕਿ ਮੈਨੂੰ ਲੱਗਦਾ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ ਤੇ ਤੁਸੀਂ ਜ਼ਰੂਰ ਦੇਖੋ ਜੀ 7 ਨਵੰਬਰ ਨੂੰ ਆ ਰਹੀ ਹੈ ਸਾਡੀ ਫਿਲਮ ਬੜਾ ਕਰਾਰਾ ਪੂਰਨਾ ਔਰ ਬਹੁਤ ਖੂਬਸੂਰਤ ਫਿਲਮ So thank you so much guys for being here at Tripsy Studios and wish you you. all the very best. Thank you. बड़ा करारा पूरा. Thank you. Second part Thank you. ठीक है.